ਉਹ ਗੱਲ ਸੁਣ ਓਏ ਸਾਡੀ ਐਸੀ ਕੀਤਾ ਸੀ ਯਾਰ ਮੇਰੀ ਗੱਲ ਜਾਂ ਤੇ ਸੁਣ ਲੈ ਤੇ ਜਾਂ ਮੇਰਾ ਪਿਓ ਨਾ ਬਣ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਬਣੀ ਇਸਮਾਈਲ ਚੋ ਸੀ ਅੱਲਾ ਮੀਆਂ ਆਪਣੇ ਨਬੀ ਨੂੰ ਅਗਰ ਮਿਰਾਜ ਚ ਲੈ ਜਾਣਾ ਚਾਹੁੰਦੇ ਸੀ ਤੇ ਸਿੱਧਾ ਮੱਕੇ ਤੋਂ ਨਹੀਂ ਉੱਪਰ ਚੁੱਕ ਸਕਦੇ ਸੀ ਯਰੂਸ਼ਲਮ ਲੈ ਕੇ ਕਿਉਂ ਗਿਆ ਉੱਥੇ ਸਾਰੇ ਨਬੀਆਂ ਦੀ ਹਜ਼ੂਰ ਨੇ ਇਮਾਮਤ ਕੀਤੀ ਆਦਮ ਤੋਂ ਲੈ ਕੇ ਈਸਾ ਤੱਕ ਨਬੀਆਂ ਦਾ ਸਰਦਾਰ ਬਣਾਤਾ ਜਿਹੜੀ ਸ਼ਰੀਅਤ ਇਮਾਮ ਦੀ ਉਹੀ ਸਾਡੀ ਤੇ ਜਿਹੜੇ ਆਂਦੇ ਉਹ ਸ਼ਰੀਅਤ ਨੂੰ ਨਾ ਮੰਨਣ ਆਂਦੇ ਹੈ ਕਿ ਨਹੀਂ ਕੁੜੀ ਤੇ ਚਾੜੋ ਬੁਲਾ ਮੈਨੂੰ ਕੋਰਟ ਚ ਹਾਏ ਹਾਏ ਇਮਰਾਨ ਖਾਨ ਆਇਲਾ मलिक हाय सारे ਅਸੀਂ क्यों नहीं आयला मलिक की जगह पे लाख दी लानत है। अफगानी कहते हैं कोचा के हम 5000 साल से अफगान हैं पठान हैं और 1400 साल से मुसलमान हैं। ਇਹ ਦਾੜੀ ਵਾਲਾ ਆਮਦਾ ਮੈਂ ਹੁਣ ਉਹਦੇ ਛਿੱਤਰ ਮਾਰਾਂ ਸਪੋਰਟ ਉਲੂ ਦੇ ਕਰਨਾ ਤੂੰ ਇਸ ਪਲੇਟਫਾਰਮ ਤੇ ਵਗੇ ਨਾਲੇ ਨਬੀ ਪਾਕ ਦਾ ਨਾਮ ਲੈਂਦਾ ਕਿ ਨਬੀ ਪਾਕ ਦਾ दीन ਇਹਨੂੰ ਸਪੋर्ट करदा दोगले। आपके कमांडर ने आपको क्या कहा था कैसे सवाल मत पूछो क्या अस्सलाम वालेकुम एंड वेरी वार्म वेलकम टू अदर पॉडकास्ट ऑफ यूथ वेव। मेरा नाम है अदील आसिफ ते साडे नाल 83 साला नौजवान कैमल जैकेट च चमक रहे ने दमक रहे ने। एडमिरल साहब की हाल है ताड़ा पंजाबी च दो हाथ हो जान माशाल्लाह अज ते मेरा भतीजा भी जड़ा ना ਉਹ ਚਹਿਕ ਰਿਹਾ ਜੇ ਪੁੱਤਕ ਰਿਹਾ ਜੇ ਪੋਤਾ ਭਤੀਜਾ ਉਹ ਚਲੋ ਪੋਤਾ ਲੈ ਉਹ ਗੱਲ ਸੁਣ ਇਹ ਗੱਲ ਹੈ ਕਿ ਅੱਜ ਤੇ ਤੂੰ ਜਿੱਦਾਂ ਚਹਿਕ ਰਿਹਾ ਜੇ ਨਵੇਂ ਚਿੜੇ ਮੰਗੋ ਅੱਜ ਪੰਜਾਬੀ ਚ ਗੱਲ ਹੋਣੀ ਹੈ ਦੋ ਹੱਥ ਹੋਣੇ ਤਾਂ ਗੱਲ ਹੋ ਜਾਏ ਤੇ ਫਿਰ ਗੱਲ ਪਤਾ ਕਿੱਦਾਂ ਹੋਏਗੀ ਉਹ ਇਹ ਹੋਏਗੀ ਕਿ ਮੂੰਹ ਆਈ ਬਾਤ ਨਾ ਰਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ ਝੂਠ ਆਖਿਆ ਤੇ ਕੁਛ ਬਚਦਾ ਏ ਸੱਚ ਆਖਿਆ ਭਾਂਬੜ ਮੱਚਦਾ ਜੀ ਤੇ ਦਿਲ ਦੋਵਾਂ ਗੱਲਾਂ ਤੋਂ ਜੱਚਦਾ ਏ ਜੱਚ ਕੇ ਜੀਬਾ ਕਹਿੰਦੀ ਏ ਮੂੰਹ ਆਈ ਬਾਤ ਨਾ ਰਹਿੰਦੀ ਏ। ਕੀ ਬਾਤ ਹੈ ਲੇਕਿਨ ਅੱਜ ਇੱਕ ਨੁਕਤੇ 'ਚ ਗੱਲ ਮੁੱਕਣੀ ਨਹੀਂ ਅੱਜ ਗੱਲ ਹੋਣੀ ਹੈ ਇੱਕ ਨੁਕਤੇ 'ਚ ਗੱਲ ਮੁੱਕਣੀ ਯਾਰ ਹੈ ਇੱਕ ਨੁਕਤੇ ਵਿੱਚ ਗੱਲ ਮੁੱਕਣੀ ਯਾਰ। ਠੀਕ ਹੈ ਸਾਡਾ ਥੋੜਾ ਜਿਹਾ ਇਖਤਲਾਫ ਹੋਇਆ ਮੇਰਾ ਤਾਂ ਦਿਲੋਂ ਹੋ ਗਿਆ ਕਿ ਅਫਗਾਨਿਸਤਾਨ ਨੇ ਜਿਸ ਤਰੀਕੇ ਨੇ ਕਿਸੇ ਇਹਨਾਂ ਨੂੰ ਪਾਲਿਆ ਇਹਨਾਂ ਲਈ ਅਸੀਂ ਕੁਰਬਾਨੀਆਂ ਦਿੱਤੀਆਂ ਲੇਕਿਨ ਇਹਨਾਂ ਨੇ ਫਿਰ ਸਾਡੇ ਉੱਤੇ ਜ਼ੁਲਮ ਕਰਨਾ ਸ਼ੁਰੂ ਕਰਤੇ ਕਸ਼ ਭੇਜਣਾ ਸ਼ੁਰੂ ਕਰਤੇ। ਖੈਰ ਨਾਲੇ ਲੇਕਿਨ ਹੁਣ ਗੱਲ ਕਰਦੇ ਨੇ ਆਪਣੀ ਬੜੀ ਬਹਾਦਰੀ ਦੀ ਖਵਾਰਿਜ ਵੀ ਨੇ ਤੇ ਨਾਲੇ ਸਾਨੂੰ ਕਹਿੰਦੇ ਨੇ ਕਿ ਇਹਨਾਂ ਨੇ ਕਿਹਾ ਜੀ ਅਸੀਂ 5000 ਸਾਲ ਪੁਰਾਣੀ ਹੈਗੇ ਆ ਅਸੀਂ ਕੌਮ ਹੈਗੇ ਆ। ਨੰਬਰ 1 ਮੈਂ ਤੁਹਾਨੂੰ ਦੱਸਦਾ ਪਠਾਨ ਹਾਂਜੀ 5000 ਸਾਲ ਪੁਰਾਣੀ ਕੌਮ ਹੈਗੇ ਆ ਠੀਕ ਹੈ ਫਿਰ ਤੇ ਅਸੀਂ 1400 ਸਾਲ ਤੋਂ ਮੁਸਲਮਾਨ ਆ। ਦੋ ਗੱਲਾਂ ਤਾਂ ਜੋੜਨਾ ਹੁਣ ਜ਼ਰਾ। ਸਭ ਤੋਂ ਪਹਿਲੇ ਕਹਿੰਦੇ ਨੇ ਅਸੀਂ 5000 ਸਾਲ ਪੁਰਾਣੀ ਕੌਮ ਆ ਪਹਿਲਾਂ ਅਸੀਂ ਪਠਾਨ ਪਹਿਲਾਂ ਯਾਰ ਤੇ ਫਿਰ ਅਸੀਂ 1400 ਸਾਲ ਤੋਂ ਮੁਸਲਮਾਨ ਹੈਗੇ ਆ ਤੇ ਫਿਰ ਉਹ ਗਜ਼ਵਾ ਉਹਦ ਦੇ ਵਿੱਚ ਕਿ ਬਦਰ ਦੇ ਵਿੱਚ ਮੈਂ ਗਲਤ ਹੋ ਸਕਦਾ ਗਾਲਬਨ ਕੇ ਇੱਕ ਸਾਹਬੀ ਜਦੋਂ ਸ਼ਹੀਦ ਹੋਏ। ਮੈਂ ਤੁਹਾਨੂੰ ਹੁਣ ਗੱਲ ਮੇਰੀ ਸੁਣ ਲਾ ਇਹ ਪਠਾਨ ਜਿਹੜੇ ਨੇ ਆਪਣੇ ਆਪ ਨੂੰ ਕਹਿੰਦੇ ਆ ਕਿ ਅਸੀਂ ਬਨੀ ਇਸਰਾਈਲ ਦਾ ਜਿਹੜਾ ਦਾਊਦ ਸੀ ਹਜ਼ਰਤ ਦਾਊਦ ਪੈਗੰਬਰ ਦਾਊਦ ਬਾਦਸ਼ਾਹ ਸੀ ਨਾ ਸਹੀ ਹੈ ਜੀ ਤੇ ਉਹਨਾਂ ਦਾ ਪੁੱਤਰ ਜਿਹੜਾ ਸੀ ਹਜ਼ਰਤ ਸੁਲੇਮਾਨ ਉਹ ਜਿਹਨੂੰ ਜਿਨ੍ਹਾਂ ਤੇ ਕਾਬੂ ਸੀ ਉਹਨਾਂ ਦੇ ਉੱਪਰ ਔਰ ਉਹ ਜਾਨਵਰਾਂ ਦੀ ਔਰ ਹਰ ਇੱਕ ਦੀ ਜ਼ੁਬਾਨ ਵੀ ਸਮਝਦਾ ਸੀ ਉਹਦੀ ਔਲਾਦ ਹੈ ਤੇ ਉਹਦੇ ਇੱਕ ਪੁੱਤਰ ਦਾ ਨਾਂ ਸੀ ਅਫਗਾਨ ਤੇ ਉਹ ਅਸੀਂ ਉਹਦੀ ਔਲਾਦ ਨੇ ਤੇ ਇਹਨਾਂ ਨੂੰ ਉਹਨਾਂ ਤੇ ਜ਼ਿਆਦਾ ਫਖਰ ਹੈ। ਇਹ ਕਹਿੰਦੇ ਪਹਿਲਾਂ ਅਸੀਂ ਉਹ ਆ ਤੇ ਬਾਅਦ ਦੇ ਵਿੱਚ ਮੁਹੰਮਦ ਦੇ ਔਲਾਦ। ਤੇ ਐਡਮਿਨ ਸਾਹਿਬ ਇਹ ਜ਼ਰੂਰੀ ਅੱਜ ਪੰਜਾਬੀ ਦੇ ਗੱਲ ਵਿੱਚ ਅਸੀਂ ਗੱਲ ਇਸ ਲਈ ਕਰਾਂਗੇ ਕਿ 15 ਕਰੋੜ ਪੰਜਾਬੀ ਹੈਗੇ ਤੇ ਅਸੀਂ ਇਹ ਆਪਣੇ ਲੋਕਾਂ ਲਈ ਵਿੱਚ ਰੱਖਣਾ ਚਾਹੁੰਦੇ ਹਾਂ ਕਿਉਂਕਿ ਆਪਣੇ ਲੋਕਾਂ ਦੀ ਗੱਲ ਐਸੇ ਕਰਾਂਗੇ ਕਿ ਜਿਹੜੇ ਅਫਗਾਨੀ ਪਠਾਨ ਹੈਗੇ ਨੇ ਉਹਨਾਂ ਤੋਂ ਮੇਰਾ ਗਿਲਾ ਸਾਡੇ ਪਾਕਿਸਤਾਨ ਦੇ ਲਈ ਜਿਹੜੇ ਸਾਡੇ ਨਾਲ ਪਠਾਨ ਹੈਗੇ ਨੇ ਉਹਨਾਂ ਤੇ ਸਾਡੀ ਜਾਨ ਕੁਮਾ। ਤੁਹਾਡੇ ਹੀਰੋ ਦਾ ਨਾਂ ਦੱਸ ਦਿਓ ਫਟਾਫਟ। ਯਾਰ ਮੇਰੇ ਹੀਰੋ ਦਾ ਨਾਂ ਗੱਲ ਸੁਣ ਮੇਰੇ ਬਾਪ ਦਾਦਾ ਅਸੀਂ ਜਿਹੜਾ ਅਸੀਂ ਯਾਨੀ ਔਲੀਆ ਅੱਲਾ ਨੂੰ ਮੰਨਣ ਵਾਲੇ ਲੋਕ ਦਾਦਾ ਗੰਜ ਬਖਸ਼ ਦੇ ਗੁਲਾਮ ਅਸੀਂ ਇੱਥੇ ਮਤਲਬ ਮੈਂ 7 ਸਾਲ ਦਾ ਸੀ ਉਹਨਾਂ ਦੇ ਕਰਨਲ ਸ਼ੇਰ ਖਾਨ ਸਾਡੇ ਹੀਰੋ ਔਰ ਮੇਰਾ ਹੀਰੋ ਕਰਨਲ ਸ਼ੇਰ ਖਾਨ ਔਰ ਲਾਲਿਕ ਜਾਨ ਤੇ ਮੈਨੂੰ ਦੱਸ ਕੇ ਮੈਂ ਤੇ ਸਾਡੇ ਮੁਅੱਲਮ ਸਾਡੇ ਮੁਅੱਜ਼ਨ ਸਾਡੇ ਪੀਰ ਸਾਡੇ ਫਕੀਰ ਸਾਡੇ ਵਲੀ ਅਸੀਂ ਤੇ ਪਠਾਨਾਂ ਨੂੰ ਹਮੇਸ਼ਾ ਸਿਰ ਤੇ ਰੱਖਿਆ। ਤੇ ਐਡਮਿਨ ਸਾਹਿਬ ਹੁਣ ਮੈਂ ਕੇਸ ਖੋਲ੍ਹਣ ਲੱਗਾ ਲੇਕਿਨ ਮੈਨੂੰ ਦੱਸੋ ਕਿ ਕਦੀ ਇਹ ਵੀ ਦੇਖਿਆ ਕਦੀ ਸੋਚਿਆ ਕਿ ਇਹ ਕਿਹੜੇ ਪਠਾਨ ਨੇ ਸਾਡੇ ਪਠਾਨ ਜਿਹੜੇ ਨੇ ਅੱਲਾ ਅੱਲਾ ਅੱਜ ਵੀ ਮੈਂ ਸਲਾਮ ਕਰਦਾ ਮੁੱਲੇ ਮੁਰਸ਼ਦ ਮੇਰੇ ਪੀਰ ਮੇਰੇ ਬੌਸ ਉਹ ਪਠਾਨ ਇਹਨਾਂ ਨੂੰ ਅਸੀਂ ਪਠਾਨ ਨਹੀਂ ਅਸੀਂ ਹੁਣ ਖਾਰਜੀ ਬੁਲਾਵਾਂਗੇ ਇਹ ਖਵਾਰਜ ਹਿੰਦ ਨੇ ਖਾਰਜ ਹਿੰਦ ਬੁਲਾਵਾਂਗੇ ਇਹਨਾਂ ਨੂੰ ਅੱਛਾ ਐਡਮਿਨ ਸਾਹਿਬ ਮੈਂ ਹੁਣ ਜਿਹੜਾ ਕੇਸ ਤੁਹਾਡੇ ਅੱਗੇ ਪ੍ਰੈਜ਼ੈਂਟ ਕਰਨ ਲੱਗਾ ਉਹੀ ਕੇਸ ਹੈਗਾ ਜਿਹੜਾ ਤੁਸੀਂ ਸਾਨੂੰ ਦੱਸਿਆ ਹੋਇਆ ਤੇ ਅੱਜ ਮੈਂ ਆਡੀਅנס ਲਈ ਥੋੜਾ ਇਹਨੂੰ ਰੀਕਾਲ ਕਰਨਾ ਕਿ ਦੁਨੀਆ ਦੁਬਾਰਾ ਰੀਕ੍ਰੀਏਸ਼ਨ ਆਫ ਮੈਨਕਾਈਂਡ ਹੋਈ
ਠੀਕ ਹੈ। ਹਜ਼ਰਤ ਨੂਹ ਦੇ ਬਾਅਦ ਠੀਕ ਹੈ, ਨੂਹ ਹੀ ਹਜ਼ਰਤ ਇਬਰਾਹੀਮ ਆ ਗਏ। ਹਜ਼ਰਤ ਇਬਰਾਹੀਮ ਨਮਰੂਦ ਦੇ ਕੋਲ ਗਏ, ਉਹਨੂੰ ਅਮਰੂਦ ਖਿਲਾਏ। ਠੀਕ ਹੈ, ਉਹ ਅੱਗ ਦੇ ਵਿੱਚ ਸੁੱਟਿਆ, ਅੱਗ ਸੁੱਟਿਆ ਨਾ, ਅੱਗ ਕੁਛ ਨਾ ਅਮਰੂਦ ਨਹੀਂ ਖਿਲਾਏ, ਅੱਗ ਵਿੱਚ ਸੁੱਟਿਆ ਉਹਨੂੰ, ਤੇ ਅੱਗ ਕੁਛ ਨਾ ਕਰ ਸਕੀ। ਉਹ ਆਏ ਬੀਬੀ ਸਾਰਾ, ਜੋ ਕਿ ਮੋਸਟ ਬਿਊਟੀਫੁਲ ਗਰਲ ਦੇਖੋ ਉਸ ਟਾਈਮ ਗੱਲ ਦੀ ਸੁਣ ਲਓ, ਸਨ। ਮੈਂ ਬੱਚੇ ਜਿਹੜੇ ਬੈਠੇ ਨੇ ਮੇਰੇ ਅੱਗੇ ਇਹਨਾਂ ਨੂੰ ਦੱਸ ਰਿਹਾ। ਹਜ਼ਰਤ ਇਬਰਾਹੀਮ ਇਰਾਕ 'ਚ ਬੇਟੇ ਬੈਬੀਲੋਨ ਦੇ ਇਰਾਕ 'ਚ ਪੈਦਾ ਹੋਏ। ਉੱਥੇ ਇਹਨਾਂ ਦੇ ਵਾਲਦ ਦਾ ਸ਼ੋਰੂਮ ਸੀ ਬੁੱਤ ਬਣਾਉਣ ਦਾ। ਲੋਕ ਬੁੱਤਾਂ ਨੂੰ ਪੂਜਦੇ ਸੀ, ਲੈ ਜਾਂਦੇ ਸੀ ਆਪਣੀ ਮਰਜ਼ੀ ਦੇ ਬੁੱਤ। ਉਹਦੇ ਬਾਅਦ ਪੁੱਤਰ ਜਿਹੜਾ ਸੀ ਉਹਨਾਂ ਦਾ ਸ਼ੋਰੂਮ ਤੇ ਇੱਕ ਕਿਸਮ ਦਾ ਸਫਾਈ ਸੁਫਾਈ ਕਰਦਾ। ਇੱਕ ਦਫਾ ਹਜ਼ਰਤ ਇਬਰਾਹੀਮ ਜਿਹੜੇ ਨੇ ਉਹ ਜਿਹੜੇ ਹੈ ਉਹ ਆਪਣੇ ਵਾਲਦ ਕਹੀ ਬਾਹਰ ਗਏ ਤੇ ਉਹਨਾਂ ਨੇ ਬੁੱਤ ਸਾਰੇ ਧੌਣਾ ਤੋੜ ਦਿੱਤੇ ਤੇ ਵੱਡੇ ਬੁੱਤ ਦੇ ਗਰਦਨ ਦੇ ਵਿੱਚ ਵੱਡੀ ਕੁਹਾੜੀ ਲਟਕਾ ਦਿੱਤੀ। ਜਿਲੇ ਵਾਪਸ ਆਇਆ ਅੱਬੇ ਨੇ ਕਿਹਾ ਉਹ ਕੀ ਹੋਇਆ? ਉਹਨੇ ਕਿਹਾ ਮੈਨੂੰ ਕੀ ਪਤਾ, ਆਪਸ ਵਿੱਚ ਲੜਾਈ। ਇਹ ਜਿਹੜੇ ਨੇ ਇਹਨਾਂ ਨੂੰ ਪੁੱਛ ਜਿਹਦੇ ਬੁੱਤ ਬੜਾ ਜੇ। ਉਹ ਕਹਿੰਦਾ ਕਦੀ ਬੁੱਤ ਵੀ ਬੋਲਦੇ ਤੇ ਉਹ ਕਹਿਣ ਲੱਗਾ ਫਿਰ ਇਹਦੀ ਪੂਜਾ ਕਿਉਂ ਕਰਦੇ ਹੋ? ਉਹ ਗੱਲ ਪਹੁੰਚ ਗਈ ਬਾਦਸ਼ਾਹ ਵਕਤ ਨਮਰੂਦ ਤੱਕ, ਜਿਹੜਾ ਡਿੰਗੀ ਨਾਲ ਮਰਿਆ ਸੀ, ਜਿੱਦਾਂ ਹੁਣ ਸਾਡੇ ਅਸੀਂ ਮਰਦੇ ਨਾ ਡੰਗਰ। ਹਾਂ, ਤੇ ਉਹਨੇ ਕਿਹਾ ਵੀ ਇਹਨੂੰ ਅੱਗ 'ਚ ਪਾਓ। ਜਿੱਲੇ ਅੱਗ 'ਚ ਪਾਇਆ ਤੇ ਅੱਗ ਗੁਲੋ ਗੁਲਜ਼ਾਰ ਹੋ ਗਈ ਤੇ ਉਹਨੇ ਨਮਰੂਦ ਹੱਥ ਜੋੜ ਲੈ ਕੇ ਬਈ ਤੂੰ ਇੱਥੋਂ ਚਲਾ ਜਾ। ਉੱਥੋਂ ਇਬਰਾਹੀਮ ਇਰਾਕ ਤੋਂ ਯਰੂਸ਼ਲਮ ਚਲਾ ਗਿਆ। ਉੱਥੇ ਉਹਦੀ ਦੂਰ ਪਾਰ ਦੀ ਰਿਸ਼ਤੇਦਾਰ ਸਾਰਾ ਸੀ, ਜਿਹੜੀ ਸਭ ਨਾਲੋਂ ਸੋਹਣੀ ਕੁੜੀ ਸੀ ਉਸ ਵਕਤ ਦੀ, ਉਹਦੇ ਨਾਲ ਸ਼ਾਦੀ ਹੋ ਗਈ। ਹੁਣ ਉੱਥੇ ਕਹਿਤ ਪੈ ਗਿਆ। ਉਹ ਕਹਿਤ ਤੋਂ ਬਚਣ ਵਾਸਤੇ ਗਾਜ਼ਾ ਦੇ ਰਸਤੇ ਮਿਸਰ ਚਲੇ ਗਏ। ਔਰ ਮਿਸਰ ਦੇ ਵਿੱਚ ਜਿੱਦਾਂ ਸਾਡੀਆਂ ਬੀਬੀਆਂ ਹੁਣ ਕਹਿੰਦੀਆਂ ਨੇ ਸਾਡੇ ਤੋਂ ਨਹੀਂ ਭਾਂਡੇ ਧੁਲਦੇ, ਸਾਨੂੰ ਨੌਕਰਾਨੀ ਰੱਖ ਕੇ ਦਿਓ, ਸਾਨੂੰ ਇਹ ਕਰਕੇ ਦਿਓ। ਤੇ ਉੱਥੇ ਉਹ ਜਿਹੜੀ ਇੱਕ ਕੌਪਟ ਜਿਹੜੀ ਅੰਗਰੇਜ਼ੀ 'ਚ ਕੌਪਟ ਕਹਿੰਦੇ, ਕਪਤੀ ਕਹਿੰਦੇ ਉਰਦੂ ਵਿੱਚ, ਇੱਕ ਕਪਤੀ ਲੜਕੀ ਜਿਹੜੀ ਸੀ ਹਜ਼ਰਤ ਜਿਹੜੀ ਬੀਬੀ ਹਾਜਰਾ ਸੀ, ਉਹ ਉਹਨਾਂ ਨੇ ਇੱਕ ਕਿਸਮ ਦੀ ਉਹ ਕਨੀਜ਼ ਦੇ ਤੌਰ ਤੇ ਐਂਟਰ ਹੋ ਗਏ। ਹਜਰ ਵੀ ਇਹਨਾਂ ਨੂੰ ਕਹੀਦਾ ਨਾ, ਹਾਜਰ ਵੀ ਕਹੀਦਾ ਜੇ। ਹਾਜਰਾ ਬੀਬੀ ਹਾਜਰਾ ਜਿਹੜੀ ਆ ਅਸੀਂ ਬੀਬੀ ਹਾਜਰਾ ਕਹਿੰਦੇ, ਉਹ ਵਾਪਸ ਇਹ ਵੀ ਕੁਈਨ ਹੈਗੀ ਸਨ ਕਿਉਂਕਿ ਉਸ ਟਾਈਮ ਯਾਰ ਗੱਲ ਸੁਣ, ਇਹਨਾਂ ਦੇ ਮੁਤਲਕ ਵੇਰੀਅਸ ਸਟੋਰੀਆਂ ਤੌਰਾਤ 'ਚ ਵੀ ਨੇ, ਹਰ ਜਗ੍ਹਾ ਵੀ ਹਨ, ਕ੍ਰਿਸਚਨ ਸਟੋਰੀ ਵੀ ਹੈ। ਲੇਕਿਨ ਦ ਫੈਕਟ ਰਿਮੇਨਸ ਕਿ ਸ਼ੀ ਵਾਜ਼ ਨਾਟ ਵਾਈਫ ਆਫ ਹਜ਼ਰਤ ਇਬਰਾਹੀਮ। ਉਹ ਬੀਬੀ ਹਜ਼ਰਤ ਇਬਰਾਹੀਮ ਦੀ ਬੀਵੀ ਨਹੀਂ ਸੀ, ਮਨਕੂਹਾ ਨਹੀਂ ਸੀ। ਉਹ ਕਨੀਜ਼ ਉਸ ਟਾਈਮ ਤੇ ਟ੍ਰੈਂਡ ਉਸ ਵੇਲੇ ਕਨੀਜ਼ ਸੀ, ਜਿਹੜੀ ਅੱਲਾ ਨੇ ਕਿਹਾ, ਜਿੱਦਾਂ ਅੱਲਾ ਨੇ ਕੁਰਾਨ 'ਚ ਕਿਹਾ ਕਿ ਤੁਹਾਨੂੰ 4 ਸ਼ਾਦੀਆਂ ਦੀ ਇਜਾਜ਼ਤ ਹੈ ਔਰ ਮਜ਼ੀਦ ਉਹ ਜੋ तुम्हारे दाएं हाथ में है। और दाएं हाथ का मतलब ਜਿਹੜਾ ਕਿ ਤੁਸੀਂ ਕਨੀਜ਼ਾਂ ਦੇ ਮਾਲਕ ਹੋ। ਠੀਕ ਹੈ। ਹੁਣ ਇਹ ਗਏ 2 ਜਣੇ ਸੀ ਹਜ਼ਰਤ ਇਬਰਾਹੀਮ ਤੇ ਵਾਪਸ ਆਏ 3 ਜਣੇ। ਹੁਣ ਜਦ हज़रत सारा बुढ़ी हो गई, 50-60 साल 65 साल दी हो गई, हज़रत इब्राहिम भी 90-95 औलाद नहीं, तो उन्हें क्या कि भाई तू अपनी कनीज़ ना जाके ताकि जरा बच्चा हो जाए। तो कौन पैदा होया? हज़रत इस्माइल। ਉਹਦੇ ਬਾਅਦ ਫਿਰ ਅੱਲਾ ਦੇ ਕੋਲੋਂ ਇਹਨਾਂ ਨੇ ਸਾਰਾ ਨੇ ਮੰਗਿਆ ਵੀ ਮੈਨੂੰ ਵੀ ਦੇ ਪੁੱਤਰ। ਉਹਨੇ ਅੱਲਾ ਨੇ ਉਹਨਾਂ ਨੂੰ ਵੀ ਦਿੱਤਾ। ਉਹ ਕੌਣ ਸੀ? ਇਸਾਕ। ਜੇ ਹਜ਼ਰਤ ਇਸਮਾਈਲ। ਅੱਛਾ, ਇੱਕ ਹਜ਼ਰਤ ਇਸਾਕ ਦੀ ਜਦੋਂ ਤੁਸੀਂ ਗੱਲ ਕਰ ਰਹੇ ਹੋ ਤੇ ਉਹ ਦੱਸ ਦਿਓ ਕਿ ਜਦੋਂ ਫਰਿਸ਼ਤੇ ਆਏ ਸਨ ਤੇ ਫਰਿਸ਼ਤੇ ਕਿਹੜੇ ਕੰਮ ਲਈ ਆਏ ਸਨ? ਫਰਿਸ਼ਤੇ ਆਏ, ਉਹਨਾਂ ਨੇ ਬੈਲ ਦਿੱਤੀ ਤੇ ਉਹਨਾਂ ਨੇ ਕਿਹਾ ਕਿ ਭਾਈ ਹਜ਼ਰਤ ਇਬਰਾਹੀਮ ਨੇ ਘਰ ਪੁੱਛਿਆ ਆ ਕੇ ਸਾਰਾ ਨੂੰ, ਬੀਬੀ ਕੁਛ ਖਾਣੇ ਨੂੰ ਹੈ ਕਿ ਨਹੀਂ? ਉਹਨੇ ਕਿਹਾ ਕੁਛ ਨਹੀਂ। ਤੇ ਜਿਹੜਾ ਬੀਬੀ ਸਾਰਾ ਜਿਹੜੀ ਹੈ ਉਹਨੇ ਇੱਕ ਭੇਡ ਦਾ ਬੱਚਾ ਪਾਲਿਆ ਸੀ ਦਿਲ ਬਹਿਲਾਉਣ ਵਾਸਤੇ, ਉਹਨੇ ਉਹਨੂੰ ਜ਼ਿਬਾ ਕੀਤਾ। ਉਹਦੇ ਇੱਕ ਆਪਣਾ ਕੜਾਹੀ ਟਿੱਕੇ ਬਣਾ ਕੇ ਫਰਿਸ਼ਤਿਆਂ ਦੇ ਅੱਗੇ ਰੱਖੇ ਤੇ ਫਰਿਸ਼ਤੇ ਦੇ ਹੱਥ ਨਾਲ ਲਾਇਆ। ਤੇ ਉਹਨਾਂ ਨੇ ਪੁੱਛਿਆ ਕਿ ਬਈ ਕੀ ਗੱਲ ਹੈ ਤੁਸੀਂ? ਉਹਨੇ ਕਿਹਾ ਅਸੀਂ ਫਰਿਸ਼ਤੇ ਹਾਂ। ਤੇ ਇਬਰਾਹੀਮ ਜਿਹੜਾ ਉਹਨਾਂ ਨੇ ਹਜ਼ਰਤ ਇਬਰਾਹੀਮ ਪਰੇਸ਼ਾਨ ਹੋ ਗਏ। ਉਹਨਾਂ ਨੇ ਕਿਹਾ ਮੇਰੇ 'ਤੇ ਕੋਈ ਆਫਤ ਤਾਂ ਨਹੀਂ ਆ ਰਹੀ? ਉਹਨੇ ਕਿਹਾ ਤੇਰੇ 'ਤੇ ਨਹੀਂ, ਕੌਮੇ ਲੂਤ 'ਤੇ ਆ ਰਹੀ ਹੈ ਜਿਹੜੇ ਕਿ ਹਮ ਪ੍ਰਸਤ ਹੋ ਗਏ ਨੇ। ਜੀ ਬਿਲਕੁਲ, ਤੁਹਾਡੇ ਕਜ਼ਨ ਨੇ। ਤੇ ਇੰਨਾ ਹੀ ਜਦੋਂ ਹੁਣ ਮੈਂ ਇਮੈਜਿਨ ਕਰ ਰਿਹਾ ਕਿ ਜਿਹੜੇ ਇਬਰਾਹੀਮ ਭਾਂਡੇ ਚੁੱਕ ਕੇ ਮੇਰੇ ਵਾਂਗੂ ਉਹ ਜਿਹੜਾ, ਕਿਉਂਕਿ ਮੈਂ ਵੀ ਜੇ ਬੀਵੀ ਦਾ ਜਿਹੜਾ ਅਗਰ ਮੈਂ 3 ਸਟਾਰ ਹਾਂ ਤੇ ਬੀਵੀ ਮੇਰੀ 4 ਸਟਾਰ ਹੈ, ਇੱਦਾਂ ਹੀ ਮੈਂ ਹਜ਼ਰਤ ਇਬਰਾਹੀਮ ਤੋਂ ਸੁੱਕਿਆ ਬੀਬੀ ਦੀ ਤਾਬੇਦਾਰੀ। ਤੇ ਉਹ ਵੀ ਤਾਬੇਦਾਰ ਸੀ, ਭਾਂਡੇ ਚੁੱਕ ਕੇ ਗਿਆ ਪਿੱਛੇ ਸਾਰਾ ਦਰਵਾਜ਼ੇ ਪਿੱਛੇ ਸੁਣ ਰਹੀ ਸੀ। ਉਹ ਨਿਕਲ ਕੇ ਉਹਨੇ ਕਿਹਾ ਓਏ ਫਰਿਸ਼ਤੇ ਹੋ, ਉਹ ਅੱਲਾ ਤੁਸੀਂ ਅੱਲਾ ਦੇ ਫਰਿਸ਼ਤੇ ਹੋ? ਕਿ ਹਾਂ। ਅਗੇ ਹੁਣ ਅੱਲਾ ਨੂੰ ਕਹੋ ਮੈਨੂੰ ਵੀ ਦਵੇ ਜਿੱਦਾਂ ਮੇਰੀ ਸੌਕਣ ਨੂੰ ਮੁੰਡਾ ਦਿੱਤਾ। ਉਹਨੇ ਫਟ ਇੰਟਰਨੈਟ ਦੇ ਉੱਪਰ ਹੋਇਆ ਜਿਵੇਂ ਤੂੰ ਹੱਥ ਚਲਾਉਣਾ ਜੇ, ਤੇ ਫਟ ਹੋ ਕੇ ਆ ਗਿਆ। ਉਹਨੇ ਕਿਹਾ ਤੇਰੇ ਵੀ ਹੋਏਗਾ? ਉਹਨੇ ਕਿਹਾ ਮੈਂ 60-65 ਸਾਲ ਦੀ ਔਰਤ ਆਮੀਆਂ, ਮੇਰਾ 90-95 ਮੇਰੇ ਬੱਚੇ ਹੋਣਗੇ। ਉਹਨੇ ਕਿਹਾ ਜਦ ਅੱਲਾ ਨੇ ਕਹਿ ਦਿੱਤਾ
ਹੋਇਆ ਤੇ ਹੋ ਗਿਆ। ਕੌਣ ਪੈਦਾ ਹੋਇਆ? ਹਜ਼ਰਤ ਇਸਹਾਕ। ਇਸਹਾਕ। ਲੇਕਿਨ ਇਹਦੇ ਅੰਦਰ ਇੱਕ ਇੰਪੋਰਟੈਂਟ ਗੱਲ ਹੈਗੀ, ਮੈਂ 10 ਸੈਕਿੰਡ ਉਹਦੇ ਲਵਾਂਗਾ, ਰੈਲੇਵੈਂਸੀ ਰਹੇਗੀ। ਇੱਕ ਦਫਾ ਇੱਕ ਬਸਤੀ ਨੂੰ ਜਿਹੜੇ ਅੱਲਾ ਨੇ ਕਿਹਾ ਹਜ਼ਰਤ ਜਿਬਰਾਈਲ ਨੂੰ ਕਿ ਇਹਨੂੰ ਤਬਾਹ ਬਰਬਾਦ ਕਰ ਦੇ, ਤੇ ਹਜ਼ਰਤ ਜਿਬਰਾਈਲ ਨੇ ਅੱਲਾ ਨੂੰ ਅਰਜ਼ ਕੀਤੀ ਯਾ ਰੱਬਲ ਆਲਮੀਨ, ਉਸ ਬਸਤੀ 'ਚ ਇੱਕ ਬੰਦਾ ਐਸਾ ਜਿਹੜਾ ਇੱਕ ਅੱਖ ਦੇ ਭਲਕ ਇੰਨੇ ਟਾਈਮ 'ਚ ਵੀ ਤੇਰੀ ਜਿਹੜੀ ਇਹ ਜ਼ਿਕਰ 'ਚ ਮਸ਼ਗੂਲ ਰਹਿੰਦਾ ਜੇ। ਅੱਲਾ ਨੇ ਕਿਹਾ ਉਹਨਾਂ ਨੂੰ ਹੁਕਮ ਦਿੱਤਾ ਕਿ ਪਹਿਲਾਂ ਉਹਦੇ ਸਿਰ ਤੇ ਪੱਥਰ ਸਿੱਟ। ਖਾਮੋਸ਼ ਰਿਹਾ। ਕਿਉਂ ਖਾਮੋਸ਼ ਨਹੀਂ ਰਿਹਾ? ਉਹਨੂੰ ਆਪਣੇ ਨੰਬਰ ਬਣਾ ਲਿਆ ਜੇ ਕਿ ਮੇਰੇ ਜਿਹੜਾ ਪੈਗਾਮ ਦਾ ਬੇੜਾ ਗਰਕ ਕਰ ਰਿਹਾ ਜੇ, ਔਰ ਉਸ ਪੈਗਾਮ ਦੇ ਮੁਤਾबिक नहीं चल रहा, ना चला रहा अपनी कौम। चलो ठीक है। अच्छा ਹੁਣ ਹਜ਼ਰਤ ਇਸਹਾਕ ਆ ਗਏ। ਠੀਕ ਹੈ, ਹੁਣ ਹਜ਼ਰਤ ਇਸਹਾਕ ਜਿਹੜੇ ਹੈਗੇ ਨੇ ਬੀਬੀ ਸਾਹਿਬ ਦੇ ਛੋਟੇ ਬੇਟੇ ਹਜ਼ਰਤ ਇਬਰਾਹੀਮ ਫੌਤ ਹੋ ਜਾਂਦੇ ਬੇਟੇ। ਠੀਕ ਆ। ਉਹਦੇ ਬਾਅਦ ਜਿਹੜਾ ਨਬੀਆਂ ਦਾ ਸਿਲਸਿਲਾ ਜਿਹੜਾ ਜੇ ਵੱਡਾ ਮੁੰਡਾ ਤੇ ਇਸਮਾਈਲ ਹੈ, ਲੇਕਿਨ ਅੱਲਾ ਨੇ ਕਿਤੋਂ ਚਲਾਇਆ ਨਬੀਆਂ? ਹਜ਼ਰਤ ਇਸਹਾਕ। ਹਜ਼ਰਤ ਇਸਹਾਕ ਦੇ ਬਾਅਦ ਹਜ਼ਰਤ ਯਕੂਬ ਆਏ। ਹਜ਼ਰਤ ਯਕੂਬ ਦੇ 12 ਬੇਟੇ ਸੀ। ਇੱਥੋਂ ਹੀ ਬਨੀ ਇਸਰਾਈਲ ਦੀ ਇਬਤਦਾ ਹੋਈ। ਇਹ 12 ਇਹਨਾਂ ਦੇ ਉਹ ਹੈਗੇ ਸਨ ਪੁੱਤਰ ਸੀ। ਇਹ 12 ਹੀ ਚਸ਼ਮੇ, ਤੁਹਾਨੂੰ ਪਤਾ ਇਹ 12 ਕਈ ਚੀਜ਼ਾਂ ਮਸ਼ਹੂਰ ਨੇ। ਇਹਨਾਂ ਲਈਆ ਯਹੂਦਾ ਸਾਰੇ ਸੀ। ਹੁਣ ਇਹ ਜਿਹੜੇ ਸੀ ਇਹ ਜਿਹੜੀ ਬਨੀ ਇਸਰਾਈਲ ਕਹਿਲਾਈ। ਜਿਹੜੇ ਪਠਾਨ ਅਫਗਾਨੀ ਨੇ ਉਹ ਕਹਿੰਦੇ ਆ ਕਿ ਅਸੀਂ ਇਹ ਜਿਹੜਾ ਲੌਸਟ ਟ੍ਰਾਈਬ ਸੀ ਬਨੀ ਇਸਰਾਈਲ ਦਾ, ਅਸੀਂ ਉਹ ਹਾਂ। ਯਾਨੀ ਕਿ ਇੱਕ ਸੈਕਿੰਡ, ਹੁਣ ਬੀਬੀ ਸਾਰਾ ਤੋਂ ਹਜ਼ਰਤ ਇਸਹਾਕ ਤੋਂ ਜਿਹੜੀ ਆ ਗਈ ਬਨੀ ਇਸਰਾਈਲ ਆ ਗਈ। ਹਜ਼ਰਤ ਯਕੂਬ ਆਏ, ਹਜ਼ਰਤ ਯਕੂਬ ਦੇ 12 ਕੁੰਬੇ, ਤੇ ਅੱਗੇ ਹਜ਼ਰਤ ਸੁਲੇਮਾਨ ਆਏ। ਆਖਿਰ ਇਹਨਾਂ ਚੋਂ ਪਹਿਲਾ ਵੱਡਾ ਚੌਧਰੀ ਜਿਹੜਾ ਆਇਆ ਹਜ਼ਰਤ ਮੂਸਾ ਆਏ। ਠੀਕ ਹੈ, ਹਜ਼ਰਤ ਮੂਸਾ ਆ ਗਏ ਜੀ। ਉਹ ਗਏ ਕੋਹੇ ਤੂਰ ਤੇ ਗਏ, ਅੱਲਾ ਨਾਲ ਹਮ ਕਲਾਮ ਹੋਏ, ਅੱਲਾ ਨਾਲ ਹਮ ਕਲਾਮ ਹੋਏ। ਠੀਕ ਹੈ। ਔਰ ਉਹਦੇ ਬਾਅਦ ਹਜ਼ਰਤ ਈਸਾ ਆਏ। ਇੱਕੋ ਟੱਬਰ ਚੋਂ ਆਏ ਬਨੀ ਇਸਰਾਈਲ ਚੋਂ, ਤੇ ਪਠਾਨ ਵੀ ਕਹਿੰਦੇ ਅਸੀਂ ਉਸੇ ਟੱਬਰ ਚੋਂ ਹਾਂ। ਹਾਂਜੀ, ਕਿਉਂ ਹਜ਼ਰਤ ਯਕੂਬ ਦੀ ਹੈਗੇ। ਲੇਕਿਨ ਕਾਕਾ ਗੱਲ ਮੇਰੀ ਸੁਣੋ ਬੇਟੇ, ਉਹ ਬਈ ਇਹ ਤੇ ਜਿਹੜੀ ਸੀ ਗੱਡੀ, ਇਹ ਜਿਹੜੀ ਅੱਲਾ ਨੂੰ ਇਹਨੇ ਕਿਸੇ ਜਾ ਰਹੀ ਸੀ ਅੱਲਾ ਦੇ ਕੋਲ, ਤੇ ਇਹਦਾ ਡਰਾਈਵਰ ਕੌਣ ਸੀ? ਮੂਸਾ। ਅੱਲਾ ਨੇ ਇੱਥੇ ਕਾਟਾ ਲਾਇਆ, ਫਿਰ ਉਹਨੇ ਈਸਾ ਨੂੰ ਬਣਾ ਦਿੱਤਾ। ਹੁਣ ਡੱਬਾ ਦੂਜਾ ਈਸਾ ਦਾ ਜੇ, ਉਹ ਤੇ ਵੀ ਕਾਟਾ ਲਾਤਾ। ਫਿਰ ਕਿਹਾ ਨਹੀਂ, ਇੱਥੇ ਗੱਲ ਰੋਕ ਲਓ ਥੋੜੀ ਜਿਹੀ ਕਲੈਰਿਟੀ ਲਈ। हजरत इसाक तो हजरत यकूब आए, हजरत मूसा सारे आए, यूसुफ आए, ये आए, हजरत सुलेमान है, हजरत सुलेमान दे विचों अफगान आए। ठीक है, अफगान है ते अफगाना ने किया कि ਜਿਹੜੇ ਅੱਜ ਵੀ ਮੰਨਦੇ ਉਹ ਕਹਿੰਦੇ ਨੇ हजरत इस्माइल तो मानते हैं कि सानू जिन्नात दी बड़ा शौक है, तो जिन्नात दी जुबान सिखाओ। वो भी सिखाई, ते उन्होंने पश्तो है, पश्तो वो सिखाई। कहते जन्नत दी जुबान भी पश्तो है। ठीक है, जन्नत जाना ते डगा रोड़ा पिश्ता सिख ला। बस ठीक है, वो तो पश्तो च गल होनी है जन्नत च। ठीक है, फिर ए हुण कुंभा चलदा गया अखीर ते हजरत की कहते हजरत ईसा अलैहिस्सलाम आए। हजरत ईसा अलैहिस्सलाम दे उत्ते जदों खत्म हुए, उन्हां दी नबूवत खत्म हुई, ते फिर खातमुन नबीयीन आए। अच्छा, हुण खातमुन नबीयीन टोटल शिफ्ट होया बीबी हाजरा दे खानदान दे विच। भाई एक खानदान ही बदल दिता, बनी इसराइल तो बनी इस्माइल च आ गया काम। ठीक है, याद जब स्टेशन ही बदल गया। हाँ जी, ठीक है। है। जेड़े अल्लाह दा मंजिल जान वाले है वो उस स्टेशन ते उस 12 नंबर बरते नहीं आउणगे ते वो किते होर टुर जाण। आखिरी नबी हजूर सल्लल्लाहु अलैहि वसल्लम जो बनी इस्माइल चो आया, वो बनी इसराइल चो नहीं आया, जो कि हजरत इसहाक दी लड़ी सी, वो हजरत इस्माइल दी लड़ी दे विचों आए। आखिरी दो ही नबी आए ना इस्माइल चो। या हजरत इस्माइल जी कहता है बड़ी सादा और रंगीन है दास्तान हरम, इब्तदा है इस्माइल, इंतहा है हुसैन। देखो मुहम्मद सल्लल्लाहु अलैहि वसल्लम जड़े ने बनी इस्माइल चो सी। अच्छा जी, हुण बनी जदों बनी इस्माइल दे विचों हजूर सल्लल्लाहु अलैहि वसल्लम आए ते अल्लाह मियां ने नाल कहता खातमुन नबीयीन। एक और काम किया अल्लाह ने। ठीक है, अल्लाह मियां ने मुहम्मद सल्लल्लाहु अलैहि वसल्लम ਨੂੰ ਸਾਰੇ ਨਬੀਆਂ ਦਾ ਚੌਧਰੀ ਬਣਾਇਆ। ਮਿਰਾਜ ਸ਼ਰੀਫ ਦੇ ਵਾਕਿਆ ਚ ਜਦ ਮਿਰਾਜ ਸ਼ਰੀਫ ਡਿਟੇਲ ਚ ਦੱਸੋ ਮਿਰਾਜ ਸ਼ਰੀਫ ਦਾ ਵਾਕਿਆ ਫਿਰ। ਲੇਕਿਨ ਜਦੋਂ ਅੱਲਾਹ ਦੇ ਨਬੀ ਮਿਰਾਜ ਸ਼ਰੀਫ ਚੋਂ ਜਿਹੜੇ ਗਏ ਨੇ, ਮੈਂ ਅੱਜ ਦਾ ਤਰਜਮਾ ਪੜ੍ਹ ਦੇਣਾ ਕਿਉਂਕਿ ਇੱਥੇ ਤੁਹਾਡੇ ਕੋਲ ਹਾਫਿਜ਼ ਤੇ ਬਹੁਤ ਨੇ। ਇੱਥੇ ਇੱਟ ਪੁੱਟੋ ਹਾਫਿਜ਼ ਸਾਡੇ ਆਫਿਸ 'ਚ ਬੈਠਿਆ, ਸਾਡਾ ਤੁਹਾਡੇ ਆਫਿਸ ਵੀ ਬੈਠਾ ਹੈ, ਲੇਕਿਨ ਸਾਰੇ ਜਿਹੜੇ ਨੇ ਹਾਫਿਜ਼ ਜਿਹੜੇ ਨੇ ਨਾ, ਤੁਹਾਡਾ ਪ੍ਰੋਗਰਾਮ ਵੀ ਹਾਫਿਜ਼ ਕੱਟਦਾ। ਮੇਰੀ ਗੱਲ ਸੁਣ, ਮੈਂ ਅੱਛਾ ਹੁਣ ਉਹ ਚਲੋ ਠੀਕ ਹੈ, ਆਜੋ ਹਾਫਿਜ਼ਾਂ ਦੀ ਗੱਲ ਆ ਗਈ। ਹਾਫਿਜ਼ ਜਿਹੜੇ ਨੇ ਨਾ, ਇਹ ਸਾਰੇ ਜਿਹੜੇ ਆਪਣੇ ਉਹ ਹਾਫਿਜ਼ ਉਹ ਨੇ ਜਿਹੜੇ ਮੁਹੰਮਦ ਨੂੰ ਮੰਨਣ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ। ਇਹ ਜਿਹੜੇ ਨੇ ਇਹ ਜਿਸਲੇ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਹੁਣ ਇਹ ਪਠਾਨ ਕੀ ਸਮਝਦੇ ਨੇ ਕਿ ਅਸੀਂ ਚੌਧਰੀਆਂ ਦੀ ਔਲਾਦ ਹਾਂ। ਲੇਕਿਨ ਮਿਰਾਜ ਸ਼ਰੀਫ ਦੇ ਵਾਕਿਆ 'ਚ ਕੀ ਹੋਇਆ ਹੁਣ ਮੈਂ ਦੱਸਣਾ। ਹੁਣ ਜਿੱਦਾਂ ਆਪਣਾ ਫੀਲਡ ਮਾਰਸ਼ਲ ਆਸਮ ਮਨੀਰ ਜਿਹੜਾ ਨਾ,
ਇਹਨੂੰ ਨਹੀਂ ਜਿਹੜੇ ਐਬਟਾਬਾਦ ਵਾਲੇ ਆ ਨਾ ਜਿਹੜੇ ਪੀਐਮਏ ਦੇ ਕਮਿਸ਼ਨਰ ਹੈ ਤੁਹਾਡੇ ਵਾਂਗ ਤੁਸੀਂ ਵੀ ਤੇ ਨਹੀਂ ਪੀਐਮਏ ਦੇ। ਮੈਂ ਪੀਐਮਏ ਦਾ ਜੇ ਮੈਂ 28 ਪੀਐਮਏ ਦਾ, ਮੇਰੇ ਨਾਲ ਦਾ ਖਾਲਿਦ ਮਕਬੂਲ, ਤੁਸੀਂ ਮੈਂ ਮਕਬੂਲ ਮਹਿਕ ਮੇਰੇ ਨਾਲ ਦਾ, ਮੇਜਰ ਅਕਰਮ ਸ਼ਹੀਦ ਨਿਸ਼ਾਨੇ ਹੈਦਰ ਮੇਰੀ ਪਲਟੂਨ ਦਾ, ਸਲਾਉਦੀਨ ਕੰਪਨੀ ਸੀ ਮੈਂ, ਕੀ ਬਾਤ ਸਮਝੇ। ਉਹ ਵਿਚਾਰਾ ਜਿਹੜਾ ਉਹਦੀ ਬੁੱਢੀ ਉਹਨੂੰ ਲੱਡੂ ਬਣਾ ਕੇ ਦਿੰਦੀ ਸੀ, ਖਾਂਦੇ ਅਸੀਂ ਸੀ। ਅੱਛਾ ਮੈਂ ਹੁਣ ਦੱਸਦਾ ਕਿ ਇਹ ਬੇਟੇ ਸੁਣ ਲਓ ਮੇਰੇ ਬੱਚੋ ਕਿ ਜਿੱਲੇ ਸਰਵਰੇ ਕਾਇਨਾਤ ਨੂੰ ਚੌਧਰੀਆਂ ਦੇ ਉੱਪਰ ਲਿਆਉਣਾ ਸੀ ਤੇ ਅੱਲਾ ਨੇ ਮਿਰਾਜ ਦੇ ਉੱਪਰ ਕੀ ਆਇਤ ਉਤਾਰੀ, ਪਾਕ है वो ज़ात जो लेगी अपने बंदे को मस्जिद हराम से मस्जिद अक्सा दूर तक। ਠੀਕ ਹੈ। ਹੁਣ ਕਾਕਾ ਬਰੀ ਇਸਰਾਈਲ ਦੇ ਵਿੱਚ ਵੀ ਹੈਗਾ। ਮੇਰੀ ਹੁਣ ਗੱਲ ਸੁਣ ਲੈ ਵਿੱਚ ਟੋਕੀ ਨਾ। ਠੀਕ ਹੈ। ਇਹ ਮੱਕਾ ਜੇ, ਇਹ ਮਸਜਿਦ ਹਰਾਮ ਮੱਕਾ 'ਚ, ਠੀਕ ਹੈ। ਇਹ ਰਾਹ 'ਚ ਮਦੀਨਾ ਆਉਂਦਾ, ਠੀਕ ਹੈ। ਔਰ ਬਾਅਦ ਇੱਕੋ ਲਾਈਨ 'ਚ ਤਿੰਨੋਂ, ਠੀਕ ਹੈ, ਠੀਕ ਹੈ। ਹੁਣ ਜਦ ਇਹ ਦੇਖ ਲਾ ਕਿ ਮੁਹੰਮਦ ਕਿਆ ਅੱਲਾ ਮੀਆਂ ਦਾ ਜਿਹੜਾ ਉਹ ਕੀ ਤੌਬਾ ਨਊਜ਼ ਬਿੱਲਾ ਮੇਰੇ ਮੂੰਹ 'ਚ ਖਾਕ ਕਿ ਅੱਲਾ ਮੀਆਂ ਆਪਣੇ ਨਬੀ ਨੂੰ ਅਗਰ ਮਿਰਾਜ 'ਚ ਲਿਜਾਣਾ ਚਾਹੁੰਦੇ ਸੀ, ਚਾਹੇ ਖਾਬ ਸੀ ਚਾਹੇ ਅਸਲੀ ਸੀ, ਤੇ ਸਿੱਧਾ ਮੱਕੇ ਤੋਂ ਨਹੀਂ ਉੱਪਰ ਚੁੱਕ ਸਕਦੇ ਸੀ। ਤੇ ਅੱਲਾ ਮੀਆਂ ਯਰੂਸ਼ਲਮ ਲੈ ਕੇ ਕਿਉਂ ਗਿਆ? ਉੱਥੇ ਸਾਰੇ ਨਬੀਆਂ ਦੀ ਹਜ਼ੂਰ ਨੇ ਇਮਾਮਤ ਕੀਤੀ, ਆਦਮ ਤੋਂ ਲੈ ਕੇ ਈਸਾ ਤੱਕ ਸਾਰੇ ਨਬੀਆਂ ਦੀ ਇਮਾਮਤ, ਨਮਾਜ਼ ਪੜਾਈ ਉੱਥੇ, ਜਦ ਨਮਾਜ਼ ਪੜਾਈ ਇਮਾਮਤ ਆਦਮ ਤੋਂ ਲੈ ਕੇ, ਯਾਰ ਮੈਂ ਕੀ ਗੱਲ ਕਰ ਰਿਹਾ, ਆਦਮ ਤੋਂ ਲੈ ਕੇ ਈਸਾ ਤੱਕ, ਯਾਨੀ ਕਿ ਹਜ਼ੂਰ ਸੱਲੱਲਾਹੁ ਅਲੈहि ਵਸੱਲਮ ਨੇ ਫੀਲਡ ਮਾਰਸ਼ਲ ਬਣਾਤਾ, ਫੀਲਡ ਮਾਰਸ਼ਲ ਬਣਾਤਾ ਚੌਧਰੀ। ਯਾਨੀ ਕਿ ਜਿੱਦਾਂ ਫੀਲਡ ਮਾਰਸ਼ਲ ਨੂੰ ਸਾਰੇ 4 ਸਟਾਰ ਜਿਹੜੇ ਆਰਮੀ ਚੀਫ ਹੈ ਸਲਾਮ ਕਰਦੇ ਆ, ਇਦਾਂ ਹੀ ਨਬੀਆਂ ਦਾ ਸਰਦਾਰ ਬਣਾਤਾ। ਹਾਂ, ਤੇ ਫਿਰ ਜਿਹੜੀ ਸ਼ਰੀਅਤ ਇਮਾਮ ਦੀ ਉਹੀ ਸਾਡੀ, ਤੇ ਜਿਹੜੇ ਹਰਾਮ ਦੇ ਉਹ ਸ਼ਰੀਅਤ ਨੂੰ ਨਾ ਮੰਨਣ ਉਹ ਹਰਾਮ ਦੇ ਹੈ ਕਿ ਨਹੀਂ? ਉਹ ਫਿਰ ਨਹੀਂ, ਉਹ ਤੇ ਨਹੀਂ, ਨਹੀਂ ਹਰਾਮ ਦੇ ਹੈ ਕਿ ਨਹੀਂ? ਉਹ ਤੇਰੇ ਮੂੰਹ ਹਰਾਮ ਦਾ ਕਿਉਂ ਨਹੀਂ ਨਿਕਲਦਾ? ਹਲਾਲ ਕੀ ਤੈਨੂੰ ਮੁਰਗੀ ਹਲਾਲ ਹੈ ਕਿ ਨਹੀਂ? ਮੁਰਗੀ ਹਲਾਲ ਹੈ ਜੇ ਅੱਲਾਹ, ਬੱਕਰਾ ਹਲਾਲ ਹੈ ਜੇ ਤਕਬੀਰ ਕਰਕੇ, ਤੇ ਇਹ ਖੀਰ ਤੇ ਤਕਬੀਰ ਪੜਾ ਉਹ ਵੀ ਹਲਾਲ ਹੈ ਨਹੀਂ? ਤੇ ਫਿਰ ਹਲਾਲ ਨੂੰ ਹਰਾਮ ਦੇ ਵਿੱਚ ਡਰਦਾ ਕਿਉਂ ਗੱਲ ਕਰਦੇ ਹੋ? ਠੀਕ ਹੈ ਫਿਰ ਹਰਾਮ ਹੈ ਜੀ, ਠੀਕ ਹੈ ਫਿਰ ਮੈਂ ਠੀਕ ਹੈ ਕਹਿ ਦੇਣਾ। ਤੇ ਫਿਰ ਜਦ ਅੱਲਾ ਨੇ ਨਬੀ ਪਾਕ ਨੂੰ ਸਾਰਿਆਂ ਦਾ ਸਰਦਾਰ ਬਣਾਤਾ, ਠੀਕ ਹੈ ਜੀ, ਔਰ ਉੱਪਰ ਲੈ ਗਏ, ਤੇ ਪਹਿਲੇ ਅਸਮਾਨ ਤੇ ਕੌਣ ਕਿਹਨਾਂ ਮੁਲਾਕਾਤ ਹੋਈ? ਆਦਮ ਨਾਲ, ਠੀਕ ਹੈ, ਜਿਹੜਾ ਬਾਬਾ ਆਦਮ ਹੈ ਸਾਰੇ ਨਬੀਆਂ ਦਾ, ਔਰ ਅਖੀਰਲੇ ਅਸਮਾਨ ਤੇ 6ਵੇਂ ਜਾਂ 7ਵੇਂ ਤੇ ਕਿਹਨਾਂ ਮੁਲਾਕਾਤ ਹੋਈ? ਹਜ਼ਰਤ ਮੂਸਾ ਨਾਲ, ਜਿਹੜਾ ਇਹਦਾ ਮਤਲਬ ਕਿ ਸਾਰਿਆਂ ਨੂੰ ਨੇੜੇ ਕੌਣ ਸੀ? ਹਜ਼ਰਤ ਮੂਸਾ, ਬਨੀ ਇਸਰਾਈਲ ਦਾ ਹਜ਼ਰਤ ਮੂਸਾ। ਠੀਕ ਹੈ। ਇਸ ਵਾਸਤੇ ਪਠਾਨ ਕਹਿੰਦੇ ਆ ਅਸੀਂ ਤੇ ਚੌਧਰੀਆਂ ਚੋਂ ਹੈ, ਤੇ ਇਹ ਤੇ ਕੰਮੀਆਂ ਚੋਂ ਹੈ, ਇਹ ਪੰਜਾਬੀ ਮੁਸਲਮਾਨ ਔਰ ਦੂਜੇ ਮੁਸਲਮਾਨ, ਇਹ ਆਗਾ ਖਾਨ ਨਹੀਂ ਹੋਵੇ ਜਾਂ ਇਸਮਾਈਲੀ ਹੋਣ, ਇਹ ਸਾਰੇ ਕਹਿੰਦੇ ਅਸੀਂ ਤੇ ਬਨੀ ਇਸਰਾਈਲ ਚੋਂ। ਠੀਕ ਹੈ, ਫਿਰ ਅੱਲਾਹ ਪਾਕ ਨਾਲ ਹੁਣ ਦੇਖੋ ਜਦ ਮੈਂ ਤੁਹਾਨੂੰ ਇੱਕ ਰਵਾਇਤ ਇਹ ਵੀ ਹੈ ਕਿ ਈਵਨ ਹਜ਼ਰਤ ਮੂਸਾ ਨੇ ਜਿਹੜੇ ਪੁੱਛਿਆ ਕਿ ਕੌਣ ਗਿਆ ਉੱਪਰ, ਉਹਨਾਂ ਨੇ ਕਿਹਾ ਜੀ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ, ਤੇ ਉਹਨਾਂ ਨੇ ਅੱਲਾ ਦੇ ਕੋਲ ਆਪਣਾ ਯਾਨੀ ਕਿਹਾ ਕਿ ਯਾ ਅੱਲਾ ਮੈਂ ਤੇ ਸਮਝਦਾ ਸੀ ਕਿ ਮੇਰੇ ਤੋਂ ਉੱਤੇ ਕੋਈ ਹੋਰ ਨਹੀਂ ਜਾਏਗਾ। ਅੱਛਾ, ਹਜ਼ਰਤ ਮੂਸਾ, ਹਾਂ, ਤੇ ਜਿਲੇ ਮੇਰਾ ਸੋਹਣਾ ਨਬੀ ਜਾਂਦਾ ਉੱਥੇ ਇਹ जिब्राइल 5वें 6वें फ्लोर पे हाथ जोड़ लेंदा है, जलते हैं जिस मुकाम पे पर जिब्राइल के उसकी हकीकतों के शनासा तुम ही तो हो। ते जिहड़ा मेरा प्यारा सोहना नबी जिले जांदा जे आसमान ते बगैर जिब्राइल दे, ते और बुकाए नूर है जिहड़ा अल्लाह दा, जिले उत्थे जुत्तियां लाउण लगदा ते की आवाज़ आउंदी है कि ऐ मेरे प्यारे नबी, ऐ मेरे अपना मेरे प्यारे नबी, ऐ मेरे खातमुल, तू इस कोहे तूर नहीं, ਇਹ ਮੇਰਾ ਦਰਬਾਰ ਹੈ, ਜੁੱਤੀਆਂ ਸਮੇਤ ਆ ਜਾ। ਤੇ ਜਦ ਮੈਨੂੰ ਦੱਸੋ ਕਿ ਜਦ ਅੱਲਾ ਨੇ ਤੁਹਾਨੂੰ ਉਹ ਟ੍ਰੇਨ ਦਾ ਡੱਬਾ ਦੇ ਦਿੱਤਾ, ਫਿਰ ਤੁਸੀਂ ਬਨਾ ਇਸਰਾਈਲ ਤੇ ਜ਼ੋਰ ਕਿਉਂ ਪਾਓ? ਠੀਕ ਹੈ, ਜਦ ਅੱਲਾ ਨੇ ਉਹ ਡਰਾਈਵਰ ਹੀ ਬਦਲ ਦਿੱਤਾ, ਠੀਕ ਹੈ, ਮੂਸਾ ਨੂੰ ਵੀ ਬਦਲ ਦਿੱਤਾ, ਈਸਾ ਨੂੰ ਵੀ ਬਦਲ ਦਿੱਤਾ, ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਖਾਤਮੁਲ ਨਬੀਨ ਨੂੰ ਡਰਾਈਵਰ ਬਣਾਤਾ ਆਪਣੀ ਗੱਡੀ ਦਾ, ਤੇ ਤੁਸੀਂ ਕਿਉਂ ਜ਼ੋਰ ਪਾਉਂਦੇ ਹੋ ਕਿ ਅਸੀਂ ਪਹਿਲੇ ਪਠਾਨ ਤੇ ਫਿਰ ਮੁਸਲਮਾਨ ਆ? ਮੈਨੂੰ ਜਵਾਬ ਦੇ ਦੇਣ। ਅਫਗਾਨੀਆਂ ਕੋਲੋਂ ਪੁੱਛਣਾ ਬਹੁਤ ਜ਼ਰੂਰੀ ਹੈ। ਹੁਣ ਤੁਸੀਂ ਅੱਗੇ ਆਓ। ਅੱਛਾ ਜੀ, ਮੈਂ ਹੁਣ ਇੱਥੇ ਸਵਾਲ ਦੇ ਉੱਤੇ ਆਉਣਾ ਹੁਣ, ਕਿਉਂਕਿ ਪ੍ਰੋਗਰਾਮ ਦਾ 20 ਮਿੰਟ ਸਾਨੂੰ ਇੱਕ ਗੱਲ ਇਸਟੈਬਲਿਸ਼ ਕਰਨ 'ਚ ਹੋ ਗਏ, ਲੇਕਿਨ ਅਸਲ ਸਵਾਲ 'ਤੇ ਆਉਂਦੇ ਹਾਂ। ਪਠਾਨ ਕਹਿੰਦੇ ਸਨ ਸ਼ੁਰੂ 'ਚ ਵੀ ਕਿਹਾ ਕਿ हम 5000 साल से अफ़गानी कहते हैं खोचा कि हम 5000 साल से अफ़गान हैं, पठान हैं, और 1400 साल से मुसलमान हैं। अब मुसलमान कितना हुए?
ठीक, अब किस तरह हुए, इसमें सबसे इंपॉर्टेंट रोल आ गया जो मैंने इधर लिख के रखा था, हजरत खालिद बिन वलीद का। नहीं मैं अब आपको जो स्टोरी है वो तो सुन लेना मेरे से। अच्छा चलो सुन लो। ठीक है जी, जो हमने सुनी है आप उसमें अपना रैशनल दे दीजिएगा। ਉਹ ਪੰਜਾਬੀ 'ਚ ਮੈਂ ਕਹਿਣਾ ਹੁਣ ਸਟੋਰੀ ਇਹ ਹੈਗੀ ਹੈ ਕਿ ਜੀ ਅਫਗਾਨ ਕਹਿੰਦੇ ਨੇ, ਪਠਾਨ ਜਿਹੜੇ ਹੈਗੇ ਨੇ ਉਹ ਕਹਿੰਦੇ ਨੇ ਕਿ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਫੋਰਸਿਸ ਦੀ ਲੋੜ ਹੈਗੀ ਸੀ, ਉੱਥੇ ਜੰਗ ਲੜਨੀ ਸੀ ਤੇ ਮੱਕਾ ਕਰਨਾ ਸੀ ਫਤਹ। ਹਾਂਜੀ, ਮੱਕਾ ਫਤਹ ਕਰਨਾ ਸੀ। ਤੇ ਉਹਨਾਂ ਨੇ ਹਜ਼ਰਤ ਖਾਲਿਦ ਬਿਨ ਵਲੀਦ ਨੂੰ ਕਿਹਾ, ਉਹਨਾਂ ਨੇ ਕਿਹਾ ਕਿ ਜਾ ਕੇ ਅਫਗਾਨਾਂ ਦੇ ਕੋਲ ਜਾਓ, ਠੀਕ ਹੈ, ਤੇ ਇਹਨਾਂ ਕੋਲ ਰਿਕੁਐਸਟ ਕਰੋ ਕਿ ਜੁਆਇਨ ਕਰਨ ਸਾਨੂੰ, ਤੇ ਹਜ਼ਰਤ ਕਿ ਤੁਹਾਡੀ ਗੱਲ ਮੰਨਦੇ ਨੇ ਉਹ। ਹਜ਼ੂਰ ਸੱਲੱਲਾਹੁ ਅਲੈਹਿ ਵਸੱਲਮ ਨੇ ਕਾਲ ਦਿੱਤੀ, ਤੁਸੀਂ ਇੰਟੈਂਸ਼ਨਲੀ ਔਰ ਕਿਹੜਾ ਸੀ ਬੜਾ ਜਿਹੜਾ ਗਿਆ, ਕੈਸ ਬਿਨ ਅਬਦੁਲ ਰਸ਼ੀਦ। ਹਾਲੇ ਕੈਸ ਬਿਨ ਅਬਦੁਲ ਰਸ਼ੀਦ ਦੀ ਗੱਲ ਕਰਨੀ ਜੇ, ਹਾਲੇ ਕਰਨੀ ਜੇ, ਜਿਹਦੀ ਕਬਰ ਕੋਹੇ ਸੁਲੇਮਾਨ ਤੇ ਹੈ, ਹਾਲੇ ਗੱਲ ਕਰਨੀ ਕੈਸ ਬਿਨ ਅਬਦੁਲ ਰਸ਼ੀਦ ਦੀ। ਅੱਛਾ, ਫਿਰ ਹੋਇਆ ਕਿ ਹਜ਼ਰਤ ਖਾਲਿਦ ਬਿਨ ਵਲੀਦ ਗਏ ਤੇ ਉਹਨਾਂ ਨੇ ਅਫਗਾਨਾਂ ਨਾਲ ਜਾ ਕੇ ਗੱਲ ਕੀਤੀ, ਤੇ ਉਹਨਾਂ ਨੇ ਜਦੋਂ ਰਸਤੇ 'ਚ ਆ ਰਹੇ ਸਨ ਤੇ ਉਹਨਾਂ ਨੇ ਉੱਥੇ ਛਾਟੇ ਲਾਤੇ ਤੇ ਬਸ ਫਤਹ ਹੋ ਗਿਆ, ਮੱਕਾ ਫਤਹ ਹੋ ਗਿਆ। ਯਾਨੀ ਕਿ ਉਹਨਾਂ ਨੇ ਗੱਲ ਇਹ ਦੱਸੀ ਸਾਨੂੰ, ਜਿਹੜੀ ਸਟੋਰੀ ਆਈ ਕਿ ਖਾਲਿਦ ਬਿਨ ਵਲੀਦ ਗਏ, ਉਹਨਾਂ ਨੇ ਕਿਹਾ ਤੇ ਉਹਨਾਂ ਨੇ ਪੁੱਛਿਆ ਵੀ ਨਹੀਂ, ਆ ਕੇ ਗੱਟੇ ਛੱਡਾ ਕੇ ਫਤਹ ਕਰਤਾ ਸਾਰਾ। ਇਹਦਾ ਮਤਲਬ ਹੈ ਕਿ ਉੱਥੇ ਮਦੀਨਾ ਵਾਲਿਆਂ ਨੇ ਨਹੀਂ ਫਤਹ ਕੀਤਾ, ਇਸ ਗੱਲ 'ਚ ਇਹ ਅਫਗਾਨਾਂ ਨੇ ਫਤਹ ਕੀਤਾ ਮੱਕਾ। ਫਿਰ ਉਹ ਮੁਸਲਮਾਨ ਹੋ ਗਏ। ਅੱਛਾ ਠੀਕ ਹੈ, ਫਿਰ ਉਹ ਮੁਸਲਮਾਨ ਹੋ ਗਏ। ਅੱਛਾ, ਉਹ ਮੁਸਲਮਾਨ ਕਿਸ ਤਰ੍ਹਾਂ ਹੋਏ ਕਿ ਇੱਕ ਪਾਸੇ ਉਹਦ ਦੇ ਵਿੱਚ ਨਬੀ ਕਰੀਮ ਸੱਲੱਲਾਹੁ ਅਲੈਹਿ ਵਸੱਲਮ ਫਰਮਾਉਂਦੇ ਨੇ ਕਿ ਇਹ ਸ਼ਖਸ ਮੇਰੇ ਕਬੀਲੇ ਦੇ ਨਾਂ ਤੇ ਲੜਿਆ ਸੀ। ਉਹਦਾ ਵਾਕਈ ਗੱਲ ਸੁਣ ਲਓ, ਉਹਦ ਦੇ ਵਿੱਚ ਜਿਹੜੇ ਖਾਲਿਦ ਬਿਨ ਵਲੀਦ ਸੀ ਉਹ ਕਫਾਰ ਦਾ ਨਾਲ ਸੀ, ਠੀਕ ਹੈ, ਤੇ ਉਹਦ ਦੇ ਪਹਾੜੀ ਦੇ ਪਿੱਛੇ ਇੱਕ ਦर्रा ਸੀ ਜਿੱਥੋਂ ਦੁਸ਼ਮਣ ਦੇ ਹਮਲੇ ਦਾ ਖਤਰਾ ਸੀ। ਹਜ਼ੂਰ ਨੇ ਉੱਥੇ ਚੱਲਦੇ ਤੀਰ ਅੰਦਾਜ਼ਾਂ ਨੂੰ ਬਣਾਇਆ ਸੀ ਕਿ ਬੈਠੇ ਰਹਿਣਾ। ਠੀਕ ਹੈ, ਠੀਕ। ਹਜ਼ਰਤ ਜਦ ਇੱਕ ਦਫਾ ਇਹਨਾਂ ਤੇ ਜ਼ੋਰ ਪਿਆ ਕਾਫਰਾਂ ਤੇ ਕਾਫਰ ਪਿੱਛੇ ਹਟੇ ਔਰ ਉਹਦੇ ਸਰਵਰੇ ਕਾਇਨਾਤ ਦੇ 2 ਦੰਦਾਂ ਮੁਬਾਰਕ ਸ਼ਹੀਦ ਹੋਏ ਸੀ। ਔਰ ਜਦ ਇਹ ਪਿੱਛੇ ਹਟੇ ਹੈ ਤੇ ਇਹ ਪਿੱਛੇ ਹਟਦੇ ਹੋਏ ਖਾਲਿਦ ਬਿਨ ਵਲੀਦ ਨੇ ਉਹਦ ਦੇ ਪਹਾੜ ਦੇ ਪਿੱਛੋਂ ਉਸ ਦर्रे ਦੇ ਜ਼ਰੀਏ ਹਮਲਾ ਕੀਤਾ ਤੇ ਮੁਸਲਮਾਨਾਂ ਦੇ ਉੱਪਰ ਪ੍ਰੈਸ਼ਰ ਪਿਆ, ਜਿਹਦੇ ਵਿੱਚ ਹਜ਼ੂਰ ਦੇ ਦੰਦਾਂ ਮੁਬਾਰਕ ਵੀ ਸ਼ਹੀਦ ਹੋਏ। ਉਹਦੇ ਬਾਅਦ ਅੱਲਾ ਨੇ ਫਿਰ ਕਾਫਰਾਂ ਨੂੰ ਸ਼ਿਕਸਤ ਦਿੱਤੀ। ਉਹਦੇ ਵਿੱਚ ਇੱਕ ਬੰਦਾ ਐਸਾ ਸੀ ਜਿਹੜਾ ਕਿ ਬਹੁਤ ਬੇਜਿਗਰੀ ਨਾਲ ਲੜਿਆ, ਜਿਲੇ ਚਲੇ ਗਏ ਮੈਦਾਨ ਜੰਗ ਖਾਲੀ ਹੋ ਗਿਆ ਤੇ ਹਜ਼ੂਰ ਹਰ ਲਾਸ਼ਾਂ ਕੋ ਜਾਂਦੇ ਸੀ, ਖਾਸ ਤੌਰ 'ਤੇ ਮੁਸਲਮਾਨਾਂ ਦੀਆਂ ਲਾਸ਼ਾਂ ਕੋ, ਕਿ ਉੱਥੇ ਜਾ ਕੇ ਕਹਿੰਦੇ ਸੀ ਕਿ ਇਹ ਬੰਦਾ ਜੰਨਤ ਦੇ ਫਲਾਣੇ ਮੁਕਾਮ 'ਤੇ, ਇਹ ਫਲਾਣੇ 'ਤੇ, ਇਹ ਫਲਾਣੇ 'ਤੇ। ਉਹਦੇ ਵਿੱਚ ਇੱਕ ਸਹਾਬੀ ਐਸਾ ਸੀ ਜਿਹੜਾ ਇੰਨਾ ਬੇਜਿਗਰੀ ਨਾਲ ਲੜਿਆ ਕਿ ਉਹਦੇ ਜਿਸਮ 'ਤੇ ਕੋਈ ਜਗ੍ਹਾ ਐਸੀ ਨਹੀਂ ਸੀ ਜਿੱਥੇ ਜ਼ਖਮ ਦਾ ਨਿਸ਼ਾਨ ਨਹੀਂ ਸੀ। ਤੇ ਉਹਨੂੰ ਪਾਣੀ ਪਹੁੰਚਦੇ ਜਦ ਉਹਨੂੰ ਪਾਣੀ ਆਖਰੀ ਜਿਲੇ ਪਾਣੀ ਨੂੰ ਪਹੁੰਚਿਆ ਤੇ ਕਿਸੇ ਨੇ ਕਿਹਾ ਵਾਹ 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 ਵਾਹ, ਇਹੋ ਜਿਹਾ ਬਹਾਦਰੀ ਨਹੀਂ ਦੇਖੀ। ਤੇ ਉਹਨੇ ਕਿਹਾ ਅਸੀਂ ਕਬੀਲੇ ਵਾਸਤੇ, ਆਪਣੇ ਕਬੀਲੇ ਵਾਸਤੇ, ਸਾਡੇ ਕਬੀਲੇ ਦੇ ਲੋਕ ਅਸੀਂ ਐਸੇ ਹੀ ਲੜਦੇ ਹਾਂ। ਫਿਰ ਜਿਲੇ ਹਜ਼ੂਰ ਉਸ ਲਾਸ਼ੇ ਤੇ ਆਏ ਤੇ ਲੋਕ ਇਕੱਠੇ ਹੋਏ, ਉਹਨਾਂ ਨੇ ਕਿਹਾ ਕਿ ਹਜ਼ੂਰ ਕਹਿਣਗੇ ਕਿ ਇਹ ਤੇ ਜੰਨਤ ਦੇ ਸਭ ਨਾਲੋਂ ਉੱਚੇ ਦਰਜੇ ਤੇ ਹੈ। ਤੇ ਹਜ਼ੂਰ ਨੇ ਕੀ ਫਰਮਾਇਆ, ਇਹ ਜਹੰਨਮੀ ਹੈ। क्यों जहन्नमी किया? लोग हैरान परेशान हो गए। हजूर ने क्या पता लगा कि ये ते अपनी कबीले दी शान वास्ते लड़िया, अल्लाह और रसूल वास्ते नहीं लड़िया। ते जेड़े कैस बिन अब्दुल रशीद वास्ते लड़ते ने, जेड़े बना इसराइल वास्ते लड़ते ने, जेड़े पहले पठान ने, वो मुसलमान कितों हो गए? सवाल ही पैदा नहीं हो सकता। जो नबी करीम सल्लल्लाहु अलैहि वसल्लम ने एक प्रेसिडेंट सैट करता ਤੇ ਫਿਰ ਗੱਲ ਮੁੱਕ ਗਈ, ਜਾਂ ਉਹਨੂੰ ਨਿਗੇਟ ਕਰੋ ਤੇ ਫਿਰ ਤੁਸੀਂ ਤੁਹਾਡਾ ਵੀ ਕੋਈ। ਹੁਣ ਮੇਰੀ ਗੱਲ ਦੇਖੋ, ਮੈਂ ਮੋਸਟ ਵੈਲਕਮ ਕਰਦਾ ਮੇਰੇ ਪਠਾਨ ਭਰਾ ਜਿਹੜੇ ਕਹਿੰਦੇ ਨੇ ਕਿ ਅਸੀਂ ਪਹਿਲੇ ਮੁਸਲਮਾਨ ਹਾਂ, ਬਾਅਦ ਪਠਾਨ ਹੈ। ਇਹ ਦੇਖੋ ਨਾ, ਮੈਨੂੰ ਵੀ ਤੇ ਜਨਰਲ ਬਖਸ਼ੀ ਕਹਿੰਦਾ ਸੀ ਨਾ, ਓਏ ਜਵੇਦ, ਓਏ ਐਡਮਿਰਲ, ਤੂੰ ਜਲੰਧਰ ਤੋਂ ਆ, ਠੀਕ ਹੈ, ਉਹ ਤੂੰ ਹਿੰਦੂ ਆ, ਕਿਉਂਕਿ ਮੇਰੇ ਬਾਪ-ਅਜਦਾਦ ਹਿੰਦੂ ਸੀ, ਠੀਕ ਹੈ। ਤੇ ਮੈਨੂੰ ਕਹਿਣ ਲੱਗਾ ਤੇਰਾ DNA ਇੱਥੇ ਆ ਹਿੰਦੁਸਤਾਨ 'ਚ। ਤੇ ਮੈਂ ਉਹਨੂੰ ਕਿਹਾ ਕਿ ਸੀ, ਮੈਂ ਕਿਹਾ ਉਹ ਬਖਸ਼ੀ ਸੁਣ ਲਾ, ਹਾਂ ਮੈਂ ਰਜਪੂਤ ਹਾਂ, ਮੈਂ ਜਿਹੜਾ ਜੇ ਮੈਂ ਆਪਣਾ ਜਲੰਧਰ ਤੋਂ ਹੈ, ਪਰ ਯਾਦ ਰੱਖ ਜੀ ਜਦ ਦਾ ਮੈਂ ਆਪਣਾ ਕਲਮਾ ਪੜ੍ਹ ਰਿਹਾ ਲਾ ਇਲਾਹਾ ਇल्लल्लाह ਮੁਹੰਮਦੁਰ ਰਸੂਲੁल्लाह, मेरी तारीख भी बदल गई, मेरा जोग्राफिया भी बदल गया और मेरा DNA भी बदल गया। बिल्कुल ठीक है। ते इन्हां दा क्यों नहीं बदलदा? अच्छा एडमिन साहब, फिर इस गल च किन्नी तू मैनूं दस इन्हां दा क्यों नहीं? मैं मोही तुहाडे को पुछण लगा, वो तो स्टोरी जिहड़ी दस रहे ने तुहानूं सही लगदी है हज़रत खालिद बिन वलीद वाली? ये किसी देखो ਜਿਹੜੇ ਬਹੁਤ ਹਿਸਟੋਰੀਅਨ ਨੇ, ਪਠਾਨ ਪਸ਼ਤੂਨ ਮੈਨੂੰ ਦੱਸਣ
ਮੈਂ ਆਪਣੇ ਪਸ਼ਤੂਨ ਭਰਾਵਾਂ ਨਾਲ ਮੈਂ ਦਰਖਾਸਤ ਕਰਦਾ ਜੇ ਕਿ ਕੈਸ ਬਿਨ ਅਬਦੁਲ ਰਸ਼ੀਦ ਮੇਰੀ ਇਤਲਾਹ ਦੇ ਮੁਤਾबिक ਮੈਂ ਗਲਤ ਵੀ ਹੋ ਸਕਦਾ, ਮੈਂ ਕੋਈ ਅਕਲੇ ਕੁਲ ਨਹੀਂ, ਕੈਸ ਅਬਦੁਲ ਰਸ਼ੀਦ ਦੀ ਸਟੋਰੀ ਕਨਕੋਕਟਡ ਹੈ, ਇਹਦੀ ਕੋਈ ਐਵੀਡੈਂਸ ਨਹੀਂ ਮਿਲਦੀ ਇਸਲਾਮੀ ਤਾਰੀਖ 'ਚ। ਅੱਛਾ। और DNA वाइज भी साबित हो गया कि पठान इसी इलाके के लोग ने नॉर्थ तो आए हुए। ठीक है। ईवन जेडे देखो यूसुफ जई पठान है वो भी पश्तून नहीं ने। ठीक है। AQ खान पठान नहीं सी है वो तो कहते एटम बम ਤੁਹਾਨੂੰ AQ खान ने यार मेरी गल या तो सुन ला तो या मेरा प्यो ना बन। चलो ठीक है दसो दसो दसो। AQ खान होवे, मेरा एडमिरल सईद मोहम्मद खान होवे, ये सारे यूसुफ जई पठान जड़े ने ये पश्तून नहीं है। ठीक है। ये मानते ने कि असी इधरों आए हैं शुमाल चों, ऐ वैस्ट विच है ना अफगानिस्तान। ठीक है। ये भाई मैंने दस के जिहड़ा मुगल सी उन्होंने हिंदुस्तान की बादशाही हिंदुओं तो लई सी या पठाना तो लई सी? पठाना तो लई सी। इब्राहिम लोधी कौन सी जिन्होंने शिकस्त? ठीक है। अच्छा एडम साहब, लेकिन फिर इस गल तो कैश बिन अब्दुल रशीद की थोड़ी हिस्ट्री दसो यार। ये कहते ने कि कोहे सुलेमान ते ओदी हुण भी कवर है, वो साडा वडका सी। कैश बिन अब्दुल रशीद, कैश बिन अब्दुल रशीद नूं खालिद बिन वलीद ने बुलाया कि ओए फतह मक्का कर आके। अच्छा। ते ओ गया ते पठान का नाम इस वास्ते पिया कि जब हजूर नूं पता लगी कि पठाना ने मक्का फतह किया तो उन्होंने इन्हों कहा हाँ ये बड़े सख्त जान ने, और ओदा इन्होंने कहा कि असल च जिहड़ी जहाज़ां की लकड़ हुंदी है ना वो जहाज समुद्र के पानी च रह के नहीं गलती, उन्होंने पतान कहते ने, पे ते नून ते उथों पठान बनया जे। ठीक है। ते इस वास्ते कहते कि असी चौधरी हैं, असी फतह मक्का की। फतह मक्का, फतह मक्का दा क्रेडिट इन्हां दा फिर एक लैंदे ने नहीं की जी सदाकत लगदी है तुहानू? मैनू दसना कि तू हुण मैनू दस कि तुसी ना मैं पीरां फकीरां चो, मैं ना तारीखदान है ना आलम है, ये मैनू दसे फजलुर रहमान, मैनू सिराजुल हक दसे, इत्थे मैनू जमात इस्लामी दसे, इत्थे मैनू जिहड़ा जे वहादतुल मुस्लिमीन दसन, इत्थे मैनू सुन्नी इत्तेहाद दसे। ठीक है। और जिहड़ा ये सारे जिहड़े एक जानी बदकार हरामी बेटी दे प्यो इमरान खान दे ये मुरीद ने ये दसन। ठीक हो गया, ठीक हो गया। ये क्यों ना दसन? ठीक गल है। ये क्यों हुण छुपे हुए ने? इन्हां नूं शर्म नहीं आउंदी बेहयावां नूं? ये सारे जिहड़े मौलवी ते मुल्ला ते जज ते ब्यूरोक्रेट ते मीडिया ते सहाफ़ी ते एंकर ये जिहड़े बैठ के हरामी ये खान साहब दे बगैर इन्हां दे प्रोग्राम नहीं चलते। खान साहब जिहड़ा है वो गल सुन ओए मेरी ध्यान दे रियाल, वो कट्टा अपने किले के जोर से टपदा जे। इहदा खान दा किला जिहड़ा नेतनयाहू है, अच्छा इहदे दोनों मुंडे कित्थे पलदे ने? देखो ते बेटी जिहड़ी है उते ठप्पा किहने लाया? इस सलामी अदलिया ने लाया ते ओ बनी ओए जस्टिस अफरीदी सुन लै ते काई साहब मैनू जस्टिस अफरीदी नूं क्यों नहीं कहण दिंदा? मैं मेरे खोलो तेरी क्यों बोलती क्यों बंद हो जांदी? ਤੁਸੀਂ ਕਹਿ ਰਹੇ, ਤੁਸੀਂ ਜਦੋਂ ਗੱਲ ਕਰ ਰਹੇ ਹੋ ਕਿ ਨੇਤਨਯਾਹੂ ਦਾ ਕੱਟਾ ਹੈਗਾ ਤੇ ਤੁਹਾਨੂੰ ਨਹੀਂ ਪਤਾ ਉਹਨਾਂ ਦਾ ਖਾਨਦਾਨ ਕਿਹੜਾ? ਤੇ ਮੈਨੂੰ ਨਹੀਂ ਪਤਾ ਤੇ ਤੈਨੂੰ ਨਹੀਂ ਪਤਾ, ਤੂੰ ਕਿਉਂ ਐਡਾ ਜਵਾਲਾ ਪਾ ਦਿੰਦਾ ਤਾਂ ਕਿ ਗੱਲ ਨਾ ਹੋਵੇ? ਬਨੀ ਇਸਰਾਈਲ ਉਹਨਾਂ ਦਾ ਖਾਨਦਾਨ ਹੈਗਾ। ਹੁਣ ਇਮਰਾਨ ਖਾਨ ਦਾ ਖਾਨਦਾਨ ਛੱਡ ਕੇ ਤੂੰ ਜਮੈਮਾ ਜਿਹੜੀ ਸੀ ਕਜ਼ਨ ਹੈਗਾ ਆਪਣੇ, ਉਹ ਜਮੈਮਾ ਜਿਹੜੀ ਹੈ ਉਹ ਆਪਣੇ ਮਾਂ ਬਾਪ ਤੋਂ बीवी बन तो 4 साल पहला पैदा हो गई सी। 4 साल पहले? हाँ। तो कुड़ी से चाड़ो वो मेरे खिलाफ को करो ना, बुला मैनू कोर्ट च यरकते ने, मैनू बुलाओ कोर्ट च। एक पाकिस्तान का कोर्ट है ये जेड़ा जे एक जानी और हरामी बेटी दे बाप दे ऊपर सादिक और अमीन दा ठप्पा लावे, वो खोसा जुल्म वो केड़ा सी? मैं हुण ओदे छित्तर मारा। साहब अदली है साडी है, हम है थोड़ी ऐसी कीता सी, थानू छित्तर पैने चाहिए जज्जां नूं, वकीलां नूं और सहाफियां नूं। दो चले गए ते जे गए ने जज, उन्होंने जस्टिस मंसूर साहब, ये सारे जज जिहड़े ने एक जानी बदकार और हामी धी दे प्यो नूं सादिक और अमीन दा ठप्पा और रियासत अमीना दा सरबराह और उम्मत मुसलमान दा हीरो मानते ने, हराम दे ने।
ਮੀਡੀਆ ਦੇ ਐਂਕਰ ਤੇ ਸਹਾਫੀ ਵੀ ਤੇਰੇ ਵਰਗੇ ਹਰਾਮ ਦੇ। ਠੀਕ ਹੈ ਐਡਮਿਨ ਸਾਹਿਬ, ਮੈਂ ਉਹਨੂੰ ਤੋੜ ਲਓ, ਜਿੰਨਾ ਤੋੜਨਾ ਤੋੜ ਲਓ, ਲੇਕਿਨ ਐਡਮਿਨ ਉਹ ਸਾਹਿਬ ਮੈਂ ਕਿਹਨੂੰ ਕਹਿ ਰਿਹਾ, ਮੈਂ ਤੇ ਤਲਤ ਨੂੰ ਕਹਿ ਰਿਹਾ, ਮੈਂ ਹੁਣ ਨਾਂ ਨਹੀਂ ਆਉਂਦੇ, ਉਹ ਹਰਾਮੀ ਹਰਾਮ ਮੈਂ ਹੁਣ ਉਹਨੂੰ ਹਾਰੂਨ ਰਸ਼ੀਦ ਨੂੰ ਕਹਿ ਰਿਹਾ, ਜਿਹੜਾ ਕਹਿੰਦਾ ਜੇ ਉਹ ਥੱਲੀ ਮਚ ਗਈ ਅਮਰੀਕਾ 'ਚ, ਪਾਕਿਸਤਾਨ 'ਚ। ਹਾਂ, ਪਤਾ ਕੌਣ ਆਇਆ? ਸਲਾਉਦੀਨ ਅਯੂਬੀ ਆ ਗਿਆ ਇਮਰਾਨ ਖਾਨ ਦੀ ਸ਼ਕਲ 'ਚ। ਉਹ ਭਾਈ ਕਾਕਾ ਗੱਲ ਸੁਣੋ ਮੁੰਡਿਓ, ਸਲਾਉਦੀਨ ਅਯੂਬੀ ਉਹ ਹੈ ਬੇਟੇ ਜਿਹਨਾਂ ਨੇ ਯਰੂਸ਼ਲਮ ਫਤਹ ਕੀਤਾ ਸੀ, ਔਰ ਉਹਨਾਂ ਨੇ ਜਿਹੜੇ ਯਹੂਦੀ ਲਸ਼ਕਰ ਸੀ ਔਰ ਜਿਹੜੇ ਈਸਾਈ ਲਸ਼ਕਰ ਸੀ ਉਹਨਾਂ ਨੂੰ ਸ਼ਿਕਸਤ ਦਿੱਤੀ। ਤੇ ਇਹ ਦਾੜੀ ਵਾਲਾ ਹਰਾਮਦਾ ਹਾਰੂਨ ਰਸ਼ੀਦ ਇਹ ਕਹਿੰਦਾ ਜੇ ਇਮਰਾਨ ਖਾਨ ਜਿਹਨੇ ਕਿ ਕ੍ਰਿਸਚੀਅਨ ਕੁੜੀਆਂ ਨੂੰ ਤੇ ਯਹੂਦੀ ਕੁੜੀਆਂ ਨੂੰ ਫਤਹ ਕੀਤਾ, ਉਹ ਸਲਾਉਦੀਨ ਅਯੂਬੀ ਹੈ। ਤੋਬਾ ਨੌਜ਼ ਬਿਲਾ, ਸਰਵਰੇ ਕਾਇਨਾਤ ਦੇ ਦੀਨ ਦਾ ਅੱਜ ਇਹ ਮਿਆਰ ਹੋ ਗਿਆ ਜੇ। ਐਲਮਨ ਸਾਹਿਬ ਤੁਹਾਡੇ ਕੋਲੋਂ ਇੱਕ ਸ਼ਿਕਵਾ ਹੈਗਾ, ਮੈਂ ਤੁਹਾਨੂੰ ਦੱਸ ਦੇਵਾਂ, ਮੇਰੇ ਖਿਲਾਫ ਸ਼ਿਕਵੇ ਹੀ ਨਹੀਂ ਮੁੱਕਦੇ। ਸ਼ਿਕਵਾ ਹੈਗਾ ਕਿ ਉਹ ਤੁਹਾਡੀ ਆਡੀਅנס ਕਹਿ ਰਹੀ ਹੈ ਤੁਸੀਂ ਬਾਬਰ ਆਜ਼ਮ ਦੇ ਖਿਲਾਫ ਗੱਲ ਕੀਤੀ ਸੀ ਤੇ ਬਾਬਰ ਆਜ਼ਮ ਨੇ ਕੱਲ ਫੇਰ ਸੈਂਚਰੀ ਮਾਰੀ ਹੈ, ਠੀਕ ਹੈ, ਤੇ ਆਵਾਮ ਪਾਗਲ ਬਾਬਰ ਹਰਾਮ ਦੇ ਜਿਹੜੇ ਆ ਇਹ ਸਾਰੇ ਆਵਾਮ ਹਰਾਮ ਦੇ। ਇਹ ਜਿਹੜੇ ਇਹਨਾਂ ਨੇ ਗੋਲੇ ਨੇ ਕ੍ਰਿਕਟ ਤੇ ਨਸ਼ੇ ਤੇ ਲਾ ਕੇ ਔਰ ਇਹਨਾਂ ਦੇ ਦੀਨ ਨੂੰ, ਅਸੀਂ ਕ੍ਰਿਕਟ ਨਾਲ ਮਸਾ ਨਹੀਂ ਸਾਡਾ, ਬਾਬਰ ਨਹੀਂ ਕੁਛ। ਮੈਂ ਤੇਰਾ ਤੂੰ ਗੱਲ ਸੁਣ, ਤੂੰ ਵੀ ਤਾਂ ਉਹਨਾਂ ਹਰਾਮਦਿਆਂ ਚੋਂ ਨਾ ਜਿਨ੍ਹਾਂ ਨੂੰ ਮੈਂ ਕਿਹਾ ਸੀ ਕਿਹੜੀਆਂ ਪੰਜ ਇਮਾਂ ਚੋਂ। ਪੰਜ ਇਮਾਂ ਮੈਨੂੰ ਪਤਾ, ਲੇਕਿਨ ਮੈਂ ਗੱਲ ਹੈਗੀ ਬਾਬਰ ਉਹ ਤੇਰਾ ਪਿਓ ਲੱਗਦਾ ਹੋਏਗਾ, ਮੇਰਾ ਤਾਂ ਨਹੀਂ ਹੈ। ਬਾਬਰ ਆਜ਼ਮ ਨੇ ਅਗਰ ਚੰਗਾ ਖੇਡ ਲਿਆ ਵੈਲ ਡਨ ਹੈਗਾ, ਵੈਲ ਡਨ ਕੌਣ ਕੋ ਵੈਲ ਡਨ ਬਾਬਰ। ਮੈਂ ਗੱਲ ਸੁਣ, वेल डन, लेकिन हराम दे अगर ये इमरान खान दे आशिक दे निराश से मदीना दा बेड़ा गलत कट गया इमरान खान दे रिकॉर्ड खत्म कर, वो बकवास कर खत्म करके अजे भी अपने तू भी सारे तेरे सारियां कुड़ियां सारियां भैनां मावां सारियां हाय हाय इमरान खान आयला मलिक हाय सारे असी क्यों नहीं आयला मलिक दी जगह ते लख दी लानत है, लख दी लानत है, आयला मलिक दे नसीब, आयला मलिक दे नसीब। फिर हाँ तो फिर जाओ ना, फिर जाओ ਉਹਨਾਂ ਦਾ ਜਿਹੜਾ ਪਿਓ ਹੈ, ਜਿਹੜੇ ਉਹਨਾਂ ਦਾ ਅਕੀਦਾ ਹੈ, ਮਾਦਰ ਪਿਲਰ ਜਿਹੜੀ ਆਜ਼ਾਦੀ ਹੈ, ਉਹ ਜਿਹੜਾ ਹਮ ਜਿਸਪਰਸਤੀ ਹੈ, ਇਹ ਵੀ ਹੈ ਨਾ। ਇਹ ਤੇਰੇ ਇੱਕ ਹੋਰ ਹੈ ਸਹਾਫੀ, ਇਹ ਸੇਠੀ ਨਜਮ ਸੇਠੀ, ਇਹਦਾ ਪੁੱਤਰ ਵੀ LGBT ਹੈ ਕਿ ਨਹੀਂ ਹੈ? ਇਹ ਜਿਹੜਾ ਹੁਣ ਤੁਹਾਡਾ ਆਇਆ ਜੇ ਨਿਊਯਾਰਕ 'ਚ ਮਮਦਾਨੀ, ਉਹ ਵੀ ਹੈ ਕਿ ਨਹੀਂ ਹੈ? ਸਪੋਰਟ ਕਰਦਾ ਉਹ, ਬਸ ਸਪੋਰਟ ਉਹਨੂੰ ਦੇਖ ਕਰਨਾ। ਤੂੰ ਇਸ ਪਲੇਟਫਾਰਮ ਤੇ ਵਗੇ ਨਾਲੇ ਨਬੀ ਪਾਕ ਦਾ ਨਾਮ ਲੈਂਦਾ ਤੇ ਨਬੀ ਪਾਕ ਦਾ ਦੀਨ ਇਹਨੂੰ ਸਪੋਰਟ ਕਰਦਾ ਨਹੀਂ, ਸਵਾਲ ਹੀ ਪੈਦਾ ਨਹੀਂ ਹੋ ਸਕਦਾ। ਤੇ ਫਿਰ ਤੂੰ ਦੋਗਲੇ ਕੋਈ ਚੀਜ਼ ਨਾ ਮਾਰ ਜਾਣਾ, ਤੁਸੀਂ ਗੁੱਸਾ ਆ ਜਾਣਾ ਤੁਹਾਨੂੰ। ਗੱਲ ਸੁਣ, ਮੇਰੀ ਗੱਲ ਸੁਣ ਬੇਟੇ, ਤੁਸੀਂ ਇਦਾਂ ਦੀ ਮੁਨਾਫਕਤ ਨਾ ਕਰੋ। ਬਾਤਲ ਦੂਈ ਪਸੰਦ ਹੈ, ਹੱਕ ਲਾ ਸ਼ਰੀਕ ਹੈ। ਤੇ ਐਡਮਿਨ ਸਾਹਿਬ ਫਿਰ ਗੱਲ ਉਹ ਕਹਿ ਇੱਕ ਨੁਕਤੇ 'ਚ ਗੱਲ ਮੁੱਕਦੀ ਨਹੀਂ ਮੁੱਕਦੀ। ਮੈਂ ਨੁਕਤਾ ਲਾਉਣ ਲੱਗਾ, ਫਿਰ ਗੱਲ ਮੁੱਕਣੀ ਨਹੀਂ, ਫਿਰ ਤੁਸੀਂ ਫਿਰ ਗੱਲ ਸੁਣ, ਫਿਰ ਭਾਂਬੜ ਮਚਣਾ, ਤੁਸੀਂ ਕਹਿਣਾ ਮੈਂ ਨਹੀਂ ਕਹਿਣਾ। ਮੇਰੀ ਗੱਲ ਸੁਣ ਲੈ, ਮੈਂ ਭਾਂਬੜ ਨਾ ਮਚਾ, ਮੇਰੀ ਗੱਲ ਸੁਣ। ਉਹ ਜਿਹਨੇ ਖਾਧੀਆਂ ਗਾਜਰਾਂ ਢਿੱਡ ਉਹਨਾਂ ਦੇ ਪੀੜ, ਠੀਕ ਹੈ। ਮੈਂ ਅਲਹਮਦੁਲਿਲਾ ਇਸ ਮੁਲਕ ਵਾਸਤੇ ਜੋ ਕੀਤਾ ਜੇ ਹੈ ਮੇਰਾ ਅੱਲਾ ਜਿਹੜਾ ਜਾਣਦਾ ਜੇ। ਔਰ ਮੈਂ ਜਿਹੜਾ ਜੇ ਅਗਰ ਅੱਜ ਦੀਨ ਅੱਜ ਅਚਕ ਗਈ ਤੇ ਇਹ ਜਿਹੜਾ ਜੇ ਇਹ ਉਹ ਜਿਹੜਾ ਜੇ ਵਾਲਤੁਲ ਮੁਸਲਿਮੀ ਵਾਲਾ ਕਿਹੜਾ ਜੇ ਆਲਮ, ਉਹ ਅੱਜ ਇਹ ਹਰਾਮੀ ਇਹ ਜਿਹੜੇ ਨੇ ਇਹ ਚਲਾ ਰਹੇ ਨੇ ਇਹ ਕਿਹਦੀ ਕਿ ਜੀ ਤਹਫਜ਼ ਆਈਨ। ਤੇ ਮੈਂ 5 ਅਗਸਤ ਨੂੰ ਕੀ ਲਾਂਚ ਕੀਤਾ ਸੀ? ਤਹਫਜ਼ ਦੀਨ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ व ਖਾਤਮੁਨ ਨਬੀਨ। ਤੇ ਮਰ ਗਏ ਹੋ ਹਰਾਮ ਦਿਓ ਪੰਜਾਬੀਓ ਕਿ ਨਾ ਤੁਸੀਂ ਲੈਂਦੇ ਹੋ ਮੁਹੰਮਦ ਦਾ ਤੇ ਚਿੱਤੜ ਚੱਟ ਰਹੇ ਹੋ ਤੁਸੀਂ ਇਹਦੇ ਲਈ ਹਰਾਮਦਿਆਂ ਦੇ। ਐਡਮਿਨ ਸਾਹਿਬ ਇੱਕ ਹੋਰ ਸਵਾਲ ਪੁੱਛਣਾ ਇਜਾਜ਼ਤ ਹੋਏ ਤੇ ਪ੍ਰੋਗਰਾਮ ਇਖਤਤਾਮ ਹੋ ਰਿਹਾ। ਚਲੋ ਅੱਗੇ ਤੂੰ ਮੇਰੀ ਇਜਾਜ਼ਤ ਲੈਣਾ ਨਹੀਂ, ਇਜਾਜ਼ਤ ਬਕਵਾਸ ਕਰਨ ਤੋਂ ਪਹਿਲਾਂ ਲੈਣਾ ਮੇਰੀ ਇਜਾਜ਼ਤ। ਐਡਮਿਨ ਸਾਹਿਬ ਇਹ ਨਾ ਹਾਲੇ ਗੱਲ ਹੋ ਰਹੀ ਸੀ ਟੀਪੂ ਸੁਲਤਾਨ ਦੀ, ਤੇ ਸਾਨੂੰ ਖਬਰ ਹੈਗੀ ਕਿ ਟੀਪੂ ਸੁਲਤਾਨ ਦੇ ਜਿਹੜੇ ਦਾਦਾ ਬੂ ਹੈਗੇ ਸਨ ਪੰਜਾਬੀ ਸਨ, ਠੀਕ ਹੈ, ਲੇਕਿਨ ਉਹ ਕੀ ਕਹਿੰਦੇ ਨੇ, ਉਹ ਲੜਦੇ ਨੇ, ਉਹ ਕਹਿੰਦੇ ਨਹੀਂ ਇਹ ਵੀ ਪਠਾਨ ਸੀ ਟੀਪੂ ਸੁਲਤਾਨ। ਟੀਪੂ ਸੁਲਤਾਨ ਦਾ ਜਿਹੜਾ ਹੁਣ ਮੇਰਾ ਜਿਸ ਤਰ੍ਹਾਂ ਬੇਟੇ ਮੇਰਾ ਹੁਣ ਦੇਖੋ ਨਾ, ਜਿਹੜੇ ਤਹਿਕੀਕ ਨੇ, ਸਾਇੰਟਿਸਟ ਨੇ, DNA ਐਕਸਪਰਟ ਨੇ, ਮੈਂ ਉਹਨਾਂ ਦਾ ਮੁਕਾਬਲਾ ਨਹੀਂ ਕਰ ਸਕਦਾ। ਪਰ ਮੇਰੀ ਜਿੱਥੇ ਤੱਕ ਮੇਰੀ ਯਾਦਦਾਸ਼ਤ ਜਾਂ ਮੇਰੀ ਜਿਹੜਾ ਮੈਂ ਜੋ ਕੁਛ ਸਿੱਖਿਆ ਜਾਂ ਪੜ੍ਹਿਆ ਉਹਦੇ ਮੁਤਾਬਿਕ ਟੀਪੂ ਸੁਲਤਾਨ ਕਿੱਥੇ ਦਾ ਸੀ? ਇੱਥੇ ਦਾ ਆਪਣਾ ਪਿੰਡ ਦਾਦਨ ਖਾਂ ਦਾ, ਉਹ ਪਿੰਡ ਦਾਦਨ ਖਾਂ ਦਾ। ਅੱਛਾ, ਟੀਪੂ ਆਪਣਾ ਟੀਪੂ ਇੱਧਰ ਓਏ ਦੇਖੋ ਨਾ, ਉਹ ਕਲਰ ਕਹਾਰ ਦਾ ਸੀ ਨਾ, ਠੀਕ ਆ। ਓਏ
ਕਲਰ ਕਹਾਰ ਦਾ ਖੋਤੇ ਵਾਲਿਆ ਮੋੜ ਮਹਾਰਵੇ। ਕੀ ਬਾਤ ਹੈ। ਉਹ ਗੱਲ ਸੁਣ, ਟੀਪੂ ਸੁਲਤਾਨ ਦਾ ਦਾਦਾ ਇੱਥੋਂ ਗਿਆ ਸੀ, ਇਹ ਗਿਆ ਸੀ ਉਧਰ ਸਾਊਥ ਇੰਡੀਆ। ਠੀਕ ਹੈ। ਹੈਦਰ ਅਲੀ ਉਹਦਾ ਬਾਪ ਸੀ। ਠੀਕ ਹੈ। ਉਹਦੇ ਦਾਦੇ ਦਾ ਨਾਮ ਮੈਨੂੰ ਪਤਾ ਨਹੀਂ ਸੀ, ਪਰ ਟੀਪੂ ਸੁਲਤਾਨ ਨੇ ਕੀ ਕਿਹਾ ਸੀ ਕਿ ਇੱਕ ਦਿਨ ਦੀ ਸ਼ੇਰ ਦੀ ਜ਼ਿੰਦਗੀ 100 ਸਾਲਾ ਗਿੱਦੜ ਦੀ ਜ਼ਿੰਦਗੀ ਤੋਂ ਬਿਹਤਰ ਹੁੰਦੀ ਹੈ। ਲੇਕਿਨ ਕੀ ਟੈਕਨੋਲੋਜੀ ਦਾ ਦੌਰ ਹੈਗਾ ਸੀ ਟੀਪੂ ਸੁਲਤਾਨ ਦਾ, ਕੀ ਕਾਪਰ ਦੀ ਇੰਡਸਟਰੀ ਲਾਈ ਉਹਨਾਂ ਨੇ। ਸੁਣਿਆ ਰਾਕਟ ਵੀ ਉਡਾਉਂਦੇ ਸਨ। ਉਹਨੇ ਰਾਕਟ ਟੀਪੂ ਸੁਲਤਾਨ ਨੇ ਸ਼ੁਰੂ ਕੀਤੇ ਸੀ। ਅੱਛਾ, ਤੇ ਆ ਪੰਜਾਬੀਆਂ ਦਾ ਕ੍ਰੈਡਿਟ ਹੋਇਆ ਰਾਕਟ ਵੀ, ਪੂਰੀ ਦੁਨੀਆ 'ਚ ਜਿਹੜੇ ਰਾਕਟ ਉੱਡਦੇ ਨੇ। ਪੰਜਾਬੀ ਮੇਰੀ ਜੁੱਤੀ ਦੀ ਨੋਕ ਤੇ, ਪੰਜਾਬੀ ਮੇਰੀ ਜੁੱਤੀ ਦੀ, ਜੋ ਮਰਜ਼ੀ ਕਰ ਰਿਹਾ ਇਹਨਾਂ ਨਾ ਤੋੜੋ, ਮੇਰੀ ਜੁੱਤੀ ਦੀ ਨੋਕ ਤੇ ਪੰਜਾਬੀ। ਪਹਿਲਾਂ ਮੈਂ ਮੁਹੰਮਦੀਆਂ। ਅੱਛਾ, ਮੁਹੰਮਦੀਆਂ ਨੇ ਰਾਕਟ ਯਾਦ ਕੀਤੇ ਸਨ। ਜੋ ਮੇਰੀ ਗੱਲ ਸੁਣੋ, ਸ਼ੈਤਾਨ ਨੇ ਕੀ ਕੁਛ ਯਾਦ ਕਰ ਰਿਹਾ, ਮੈਂ ਉੱਤੇ ਫਖਰ ਨੋ। ਟੀਪੂ ਸੁਲਤਾਨ ਪਹਿਲਾ ਮੁਹੰਮਦ ਦਾ ਗੁਲਾਮ ਸੀ, ਫਿਰ ਪੰਜਾਬੀ ਸੀ, ਫਿਰ ਪੰਜਾਬੀ ਸੀ। ਹੈਗਾ ਤਾਂ ਪੰਜਾਬੀ ਸੀ ਨਾ। ਤਾਂ ਪੰਜਾਬੀ ਵੜਨ ਜਿੱਥੇ ਵੜਨਾ ਜੇ। ਤੁਸੀਂ ਰਾਜਪੂਤ ਹੈਗੇ ਹੋ ਨਾ। ਮੈਂ ਬੜੇ ਰਾਜਪੂਤ ਜਿੱਥੇ ਵੜਨਾ ਜੇ ਨਾ ਰਾਜਪੂਤ। ਚਲੋ ਪਹਿਲੇ ਮੁਹੰਮਦੀ ਫਿਰ ਰਾਜਪੂਤ ਹੈਗੇ ਹੋ ਨਾ। ਪਹਿਲਾ ਗੱਲ ਸੁਣ, ਮੇਰੀ ਜਿਹੜੀ ਹੈ ਨਾ ਵਫਾਦਾਰੀ ਦੀ ਲੈਡਰ ਜਿਹੜੀ ਬੋਡੀ ਹੈ, ਮੈਂ ਪਹਿਲਾਂ ਅੱਲਾਹ ਰਸੂਲ ਦਾ ਗੁਲਾਮ ਹੈ। ਠੀਕ ਹੈ। ਫਿਰ ਪਾਕਿਸਤਾਨੀ ਹੈ। ਠੀਕ ਹੈ। ਫਿਰ ਫੌਜੀ ਹੈ। ਠੀਕ ਹੈ। ਫਿਰ ਮੈਂ ਨੇਵੀ ਦਾ। ਠੀਕ ਹੈ। ਤੇ ਫਿਰ ਮੈਂ ਪੰਜਾਬੀ, ਤੇ ਫਿਰ ਮੈਂ ਰਾਜਪੂਤ। ਠੀਕ ਹੈ। ਹੁਣ ਦੇਖ ਲੈ ਕਿੰਨਾ ਹਿੱਸਾ ਬਚਿਆ ਹੋਗਾ ਰਾਜਪੂਤੀ ਵਾਸਤੇ। ਬਿਲਕੁਲ ਠੀਕ ਹੈ। ਲੇਕਿਨ ਫਿਰ ਗੱਲ ਹੋਏ ਤੇ ਰਾਜਪੂਤ ਹੀ ਨਾ ਅਖੀਰ ਤੇ। ਕਿਹੜਾ ਅਖੀਰ ਤੱਕ ਤੁਸੀਂ ਵੱਟ ਹੋ ਗਏ। ਜਿਹੜਾ ਰਾਜਪੂਤ ਮੁਹੰਮਦ ਨੂੰ ਨਹੀਂ ਮੰਨਦਾ ਉਹ ਹਰਾਮ ਦਾ ਜੇ। ਬਸ ਠੀਕ ਹੈ, ਲੇਕਿਨ ਅਖੀਰ ਤੇ ਰਾਜਪੂਤ ਨਾ ਵੱਟ ਤੇ ਨਹੀਂ ਬਣ ਗਏ ਨਾ ਤੁਸੀਂ, ਪਠਾਨ ਤੇ ਨਹੀਂ ਹੋ ਗਏ ਨਾ। ਜਿਹੜਾ ਵੱਟ, ਗੱਲ ਸੁਣੋ, ਉਹ ਬੁੱਲੇ ਸ਼ਾਹ ਕੀ ਕਹਿੰਦਾ ਜੇ, ਬੁੱਲੇ ਸ਼ਾਹ ਨੂੰ ਪੈਣਾ ਤੇ ਸਮਝਾਵਣ ਆਈਆਂ, ਪੈਣਾ ਤੇ ਭਰਜਾਈਆਂ। ਉਹ ਗੱਲ ਮਨ ਸਾਡੀ ਬੋਲਿਆ ਅੱਗੇ ਲੱਗਣਾ ਰਾਈਆਂ। ਸਮਝੇ ਤੇ ਬੁੱਲਾ ਕੀ ਕਹਿੰਦਾ, ਜੋ ਸਾਨੂੰ ਸਈਦ ਆਖੇ ਉਹ ਦੋਜ਼ਖ ਪਵੇ ਸਦਾਈਆਂ, ਤੇ ਜਿਹੜਾ ਸਾਨੂੰ ਰਾਈ ਆਖੇ ਬਿਸ਼ਤਾਂ ਠੰਡੀਆਂ ਛਾਵਾਂ। ਫਿਰ ਉਹ ਵੀ ਕਿ ਆਲ ਨਬੀ। ਮੇਰੀ ਗੱਲ ਸੁਣ ਲੈ ਤੂੰ ਕਿਉਂ ਬੇਟੇ, ਗੱਲ ਸੁਣੋ, ਅਸੀਂ ਇੱਕ ਸਰਵੇ ਕਾਇਨਾਤ ਦੀ ਗੁਲਾਮੀ ਚ। ਮੈਂ ਤੇ 1947 ਚ ਕਿਹਾ ਸੀ ਲੱਬੈਕ ਯਾ ਰਸੂਲ ਅੱਲਾਹ। ਫਿਰ ਖਾਤਮ ਹੁਸੈਨ ਰਿਜ਼ਵੀ ਨੇ ਆ ਕੇ ਵੀ ਕਿਹਾ। ਆਹੋ, ਤੇ ਕਦੋਂ ਕਿਹਾ? ਜਦੋਂ ਕਿ ਇਮਰਾਨ ਖਾਨ ਉਹਦਾ ਪਿਓ, ਉਹ ਜਿਹੜਾ ਸੀ ਰਿਆਸਤ ਮਦੀਨਾ ਦੀ ਸਰਵਰੇ ਕਾਇਨਾਤ ਦੀ ਕੁਰਸੀ ਤੇ ਬਿਠਾ ਕੇ ਤੇ ਉਹਨੂੰ ਕਹਿੰਦਾ ਉਹਨਾਂ ਨਾਲੇ ਖਰਾਬ। ਸਾਹਿਬ ਦੇਖੋ, ਤੁਸੀਂ ਇਹ ਨਾ ਛੋਟਾ ਜਿਹਾ ਕੰਮ ਨਹੀਂ ਕਰ ਸਕੇ, ਮੇਰਾ ਦਿਲ ਦੁਖਦਾ। ਤੁਸੀਂ ਚਾਹੇ ਜੇਲ੍ਹ ਛੱਡ ਗਏ, ਚਾਹੇ ਕੁਛ ਦੁਖੇ। 7-8 ਸਾਲ ਤੁਹਾਨੂੰ ਹੋ ਗਏ ਇਮਰਾਨ ਖਾਨ ਨਾਲ ਤੁਹਾਨੂੰ ਕੱਢੇ, ਤੁਸੀਂ ਉਹਨੂੰ ਈਆ ਕਨਾਬਦੂ ਜਾਂ ਇੱਕ ਨਸਤਾਈਨ ਤੇ ਅੱਗੇ ਵੀ ਕੁਝ ਸਿਖਾ ਦੇਣਾ। ਤੈਨੂੰ ਮੈਂ ਸੁਣਾ ਦੇਵਾਂ ਹੁਣ, ਇਹ ਬਲਕੀ ਦੇ ਨਾਲ ਫੋਟੋ ਦਿਖਾ ਦੇਵਾਂ, ਜ਼ਿਆਉਲ ਹੱਕ ਦੇ ਨਾਲ ਦਿਖਾ ਦੇਵਾਂ। ਉਹ ਬਰਚੀਸੀ ਕੱਢ ਕੇ ਇਹ ਜਿਲੇ ਰਿਟਾਇਰ ਹੋਣ ਲੱਗਾ ਸੀ ਨਾ, ਤੇ ਮਰਦੇ ਮੋਮਨ ਮਰਦੇ ਹੱਕ ਜ਼ਿਆਉਲ ਹੱਕ ਤੇ ਪੂਰਾ ਕਹਿਣਾ ਜੇ। ਤੇ ਤੂੰ ਜ਼ਿਆਉਲ ਹੱਕ ਦਾ ਜਨਾਜ਼ਾ ਦੇਖਿਆ ਸੀ? ਸੁਭਾਨ ਅੱਲਾਹ, ਚੰਗਾ ਹੀ ਹੋਣਾ। ਉਹ ਐਡਾ ਵੱਡਾ ਸੀ ਕਿ ਇੱਥੋਂ ਫੈਜ਼ਾਬਾਦ ਤੋਂ ਲੈ ਕੇ 0 ਪੁਆਇੰਟ ਔਰ ਮਸਜਿਦ ਫੈਸਲ ਤੱਕ ਬੰਦੇ ਹੀ ਬੰਦੇ। ਇੰਨਾ ਵੱਡਾ ਜਨਾਜ਼ਾ ਸੀ ਜ਼ਿਆਉਲ ਹੱਕ ਸਾਹਿਬ ਦਾ। ਔਰ ਮੈਂ ਕਬਰ ਦੇ ਨਾਲ ਖੜਾ ਸੀ, ਸਫੀਰਾਂ ਦੇ ਨਾਲ। ਇੱਧਰ ਬ੍ਰਿਗੇਡੀਅਰ TMC ਜਿਨ੍ਹਾਂ ਦੀ ਜ਼ਿੰਮੇਵਾਰੀ ਸੀ ਉਹਦੇ ਤਾਬੂਤ ਨੂੰ ਕਬਰ ਚਲਾਉਣ ਦੀ, ਉਹ ਧੱਕਾ ਪਿਆ, ਉਹ ਸਫੀਰ ਡਿੱਗਣ ਲੱਗੇ। ਤੇ ਮੇਰਾ ਉਹਨਾਂ ਦੇ ਕਿਸੇ ਕੋਲੋਂ ਰੱਸਾ ਛੋਟਾ ਜਿਹੜਾ ਤਾਬੂਤ ਦੇ ਨਾਲ ਹੁੰਦਾ, ਤੇ ਮੈਂ ਫੜਿਆ, ਤੇ ਬ੍ਰਿਗੇਡੀਅਰ TM ਕਹਿੰਦੇ ਓਏ ਫੜੀ ਜਾਵੇਦ ਇਕਬਾਲ। ਤੇ ਮੈਂ ਤੇ ਉਹ ਆਪਣਾ ਜਬੜੇ ਵਾਲੀ ਸਰਕਾਰ ਨੂੰ ਥੱਲੇ ਵੀ ਲਾਇਆ ਹੋਇਆ ਜੇ। ਜ਼ਿਆਉਲ ਹੱਕ ਸਾਹਿਬ ਨੂੰ ਫਿਰ ਜੀ ਤੁਸੀਂ ਫੜ ਲਿੱਤਾ ਸੀ? ਉਹ ਯਾਰ ਅਸੀਂ ਤਾਬੂਤ ਨਹੀਂ ਡਿੱਗਣ ਦਿੱਤਾ ਸੀ। ਤਾਬੂਤ ਨਹੀਂ ਡਿੱਗਾ, ਫਿਰ ਲੋਰ ਕੀਤਾ, ਸਕੂਨ ਹੋਇਆ। ਤੇ ਫਿਰ ਇਹ ਕ੍ਰੈਡਿਟ ਵੀ ਤੁਹਾਨੂੰ ਹੈਗਾ ਕਿ ਉਹ ਮੇਰੇ ਕ੍ਰੈਡਿਟ ਭਾੜ 'ਚ ਜਾਏ? ਮੇਰਾ ਇੱਕੋ ਹੀ ਕ੍ਰੈਡਿਟ ਹੈ कि की वफा तुमसे बादस खुदा बुजुर्ग तू ही किस्सा मुख्तसर। क्या बात है। अच्छा, लेकिन एक मैं इसमें चिप इन करूंगा कि ज़ियाउल हक साहब का जो जनाजा था पाकिस्तान की हिस्ट्री का सबसे बड़ा जनाजा था। सबसे बड़ा, मैं कहता हूँ कायदे आज़म का भी उतना नहीं था, इतना बड़ा जनाजा ज़ियाउल हक साहब का। और तू वहाँ देख, और हुआ, मैं आपसे रिपीट करना चाह रहा हूँ, मैं आपसे इंटेंसिटी जानना चाह रहा हूँ, मैं उस जगह पर जाना चाह रहा हूँ कि जहाँ पर तदफीन हो रही थी। मेरी गल सुनो, धक्का बजा वहाँ पर। मैं हूँ 79 च वार कोर्स किया। ठीक है। जहांगीर कुरामत, गुलाम सरवर चीमा, अजय भी जिंदा ने लोग, जावेद काजी, खालिद लतीफ मुगल, ये सारे में ये तस्वीर चुक के ज़िया साहब आ जाते सी। ਤੇ ਇਹ ਮੈਂ ਇਹਨਾਂ ਨੂੰ ਪੁੱਛਿਆ ਇੱਕ ਦਿਨ, ਮੂੰਹ ਦੇ ਸਾਹਮਣੇ ਖੜੇ ਹੋ ਕੇ ਇਹਨਾਂ ਨੇ ਦੇਖਿਆ ਚਿੱਟੀ ਵਰਦੀ 'ਚ, ਇਹਨੇ ਪਤਾ ਨਹੀਂ ਮੇਰਾ ਦੀਦਾਰ ਕਰਨਾ ਕਿ ਨਹੀਂ ਕਰਨਾ।
ਤੇ ਇਹਨਾਂ ਨੇ ਮੈਨੂੰ ਬੁਲਾਇਆ, ਕਮਾਂਡਰ ਸਾਹਿਬ ਇਹਨਾਂ ਦਾ ADC ਆਇਆ ਕਿ ਤੁਹਾਨੂੰ ਜਨਰਲ ਸਾਹਿਬ ਬੁਲਾ ਰਹੇ ਨੇ। ਤੇ ਮੈਂ ਟਿਕ ਕਰਦਾ ਗਿਆ ਤੇ ਫੌਜੀ ਇਸ ਤਰ੍ਹਾਂ ਪੈਰ ਮਾਰਦੇ ਨਾ, ਅਸੀਂ ਨਹੀਂ ਮਾਰਦੇ ਨੇਵੀ ਵਾਲੇ, ਅਸੀਂ ਟਿਕ ਕਰਦੇ ਹਾਂ ਕਿਉਂਕਿ ਸਾਡੇ ਪੈਰਾਂ ਨੂੰ ਉੱਦਾਂ ਹੀ ਸੱਟ ਲੱਗਦੀ ਠੀਕ ਹੈ। ਹੈ। ਤੇ ਉਹ ਜਨਾਬ ਐਂ ਕਹਿੰਦੇ ਕੌਣ ਸਾਹਿਬ ਆਪ ਮਾਸ਼ਾਅੱਲਾ ਮਜ਼ੇ ਮੇਂ ਹੈ। ਮੈਂ ਕਿਹਾ ਫਿਰ ਇਹਨੂੰ ਪਤਾ ਨਹੀਂ ਕੀ ਖਿਆਲ ਆਇਆ ਜ਼ਿਆਉਲ ਹਕ ਨੂੰ, ਮੈਨੂੰ ਕਹਿਣ ਲੱਗਾ ਯੂ ਵਾਂਟ ਟੂ ਆਸਕ ਸਮਥਿੰਗ। ਅੰਗਰੇਜ਼ੀ ਕਿਹਾ, ਮੈਂ ਅਟੈਂਸ਼ਨ ਹੋ ਕੇ ਕਿਹਾ ਯੈਸ ਸਰ। ਮੈਨੂੰ ਕਹਿੰਦਾ ਐਟ ਈਜ਼ ਗੋ ਐਟ, ਪੁੱਛ ਕੀ ਪੁੱਛਣਾ। ਮੈਂ ਕਿਹਾ ਸਰ ਵਾਈ ਡੋਂਟ ਯੂ ਹੈਂਡ ਓਵਰ ਪਾਵਰ। ਤੇ ਇਹਦਾ ਮੂੰਹ ਲਟਕ ਗਿਆ ਤੇ ਪਸੀਨਾ ਤੇ ਕਮਾਲ, ਲੇਕਿਨ ਇਹ ਐਸਾ ਕੰਟਰੋਲ ਸੀ ਇਹਨੂੰ ਆਪਣੇ ਜਜ਼ਬਾਤ 'ਤੇ ਕਿ ਇਹਨੇ ਫਿਰ ਬਤੀਸੀ ਖੋਲ੍ਹ ਕੇ ਹੱਸਿਆ। ਤੇ ਫਿਰ ਮੈਨੂੰ ਕਹਿੰਦਾ ਜਿੱਦਾਂ ਚਵਲ ਬੰਦੇ ਨੂੰ ਨਹੀਂ ਕੋਈ ਗੱਲ ਸਮਝਾਉਣੀ ਹੋਵੇ, ਕੋਈ ਆਇਨਸਟਾਈਨ ਕਿਸੇ ਕੁਲਫੀਆਂ ਵੇਚਣ ਨੂੰ ਕੋਈ ਥਿਊਰੀ ਸਿਖਾ ਸਕਦਾ ਨਹੀਂ ਸਿਖਾ ਸਕਦਾ। ਉਸੀ ਸਟਾਈਲ 'ਚ ਇਹਨੇ ਮੈਨੂੰ ਕਿਹਾ, ਉਰਦੂ 'ਚ ਕਿਹਾ। ਮੈਂ ਸਵਾਲ ਇੰਗਲਿਸ਼ ਪੁੱਛਿਆ ਤੇ ਮੈਨੂੰ ਉਰਦੂ 'ਚ ਕਿਹਾ कि मैं तो कंबल को छोड़ता हूँ, कंबल मुझे नहीं छोड़ता। एडमिरल साहब चुप कर, मेरी गल पूरी कर दे। ठीक है। जिले इन्हें ये किया मेरे जवाब, जब मैं किसी पूछा ना सर वाई डोंट यू हैंड ओवर पावर, इन्हें क्या कमांडर साहब मैं तो कंबल को छोड़ता हूँ, कंबल मुझे नहीं छोड़ता। तो मैं क्यों किया सर आपको किसने कहा था कंबल को पकड़े। तो मेरा कमांडर अल्लाह जनरल नसीब करे, जनरल निशात सी, उन्होंने कहा जाओ अपनी चाह पी। ਉਹ ਵੀ ਮੇਰੇ ਤੋਂ ਉਨਾ ਹੀ ਚਿੜਦਾ ਸੀ ਨਾ, ਇੱਦਾਂ ਦੇ ਬੇਵਕੂਫ ਸਵਾਲ ਕਰਦਾ ਸੀ मैं। ठीक है, लेकिन एडमिरल साहब ये तारीखी जुमला मैंने कहा था और उसके बाद कुछ और भी कहा था ज़ियाउल हक को। नहीं अभी एक मिनट रुक जाए, मैंने बात वाले पे नहीं आना। वो जो एक वो सेमिनार था, नहीं मैंने वो नहीं सुनना। लेकिन मुझे ये बताएं, ये तारीखी जुमला है, ये मैं बचपन से सुनता आ रहा हूँ कि जनरल ज़ियाउल हक से सवाल हुआ तो उन्होंने कहा मैं तो कंबल को छोड़ता हूँ, कंबल मुझे नहीं छोड़ता। ये आपको कहा था उन्होंने? जी मुझे कहा था और मैंने कहा फिर कहा मुझे नहीं समझ आज तक आई, मुझे भी नहीं आई ये कंबल कौन सा था। ठीक है, तो तारीखी जुमला आपके साथ। एडमिरल साहब आप वैसे हिस्ट्री के अंदर बहुत बड़ा नाम है, हमारे लिए बड़े तवी चिट्टे रंग का वर्दी पा के ਜਿਹੜਾ ਐਡਮਿਰਲ ਤੁਸੀਂ ਡੰਡਾ ਵੀ ਉਹਦੇ ਢੂਏ 'ਚ ਹੀ ਦਿੱਤਾ ਜੇ। एडमिरल साहब चाय पीनी है तुसी? ਹੁਣ ਚਾਹ ਤੇ आ जा। चाय पीनी चाहिए। जिस चाह में चाह ना हो उस चाह को चाह में डाल दो। चाय में डाल देते हैं। नहीं आपको चाय पीनी है और बताया बस चाह अब ठीक है। आज थे लेकिन आज मजा आया। मैं तो कंबल को छोड़ता हूँ, कंबल मुझे नहीं छोड़ता। ये हमारे एडमिरल साहब को कहा ज़ियाउल हक ने, तारीखी जुमला। ਜੇ ਤੇ ਹੋਰ ਅਗਲੀ ਗੱਲ ਵੀ ਪੁੱਛਦਾ ਨਾ ਤੇ ਫਿਰ मैं ਦੱਸਦਾ। अगली बात हमने नहीं पूछनी क्योंकि उसमें हमारी टूही नंगी होती है, इस बात से नहीं पूछनी। वो नहीं हमने पूछा। हाँ क्योंकि हम चमचे तो हैं, हम चमचे हैं अफगानी पश्तूनों के। नहीं वो हमने पूछनी नहीं बात। वो एडमिरल साहब वो हम क्यों पूछे ऐसी बातें जिसमें लोगों का दिल दुखे। आपने भी सख्त सवाल किया। देखिए आपके कमांडर ने आपको क्या कहा था, कैसे सवाल मत पूछो, ठीक है। नहीं जी एडमिरल साहब बहुत शुक्रिया टाइम देने के लिए। थैंक यू बेटे। आपको आज ਦੇ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਕੀ ਹਾਸਲ ਹੋਇਆ ਲਾਜ਼ਮੀ ਦੱਸਣਾ ਹੈ। ਤੇ ਮੇਰੇ ਖਿਆਲ ਨਾਲ ਅਸੀਂ ਆਡੀਅנס ਦੇ ਸਵਾਲ ਵੀ ਲੈਣਾ ਸ਼ੁਰੂ ਕਰ ਦਿੰਦੇ ਹਾਂ ਅੱਜ ਤੋਂ ਬਾਅਦ ਕੋਈ ਸਵਾਲ ਉਹਨਾਂ ਦੇ ਜਿਹੜੇ ਉਹਨਾਂ ਦੇ ਜੀ ਤੁਹਾਡੇ ਕਮੈਂਟ ਹੋਣਗੇ, ਅਸੀਂ ਤੁਹਾਡੇ ਕਮੈਂਟ ਨਾਲ ਲਾਜ਼ਮੀ ਐਡਮਿਨ ਸਾਹਿਬ ਨੂੰ ਪੜ੍ਹ ਕੇ ਸੁਣਾਵਾਂਗੇ ਤੇ ਫਿਰ ਦੇਖਨੇ ਐਡਮਿਨ ਸਾਹਿਬ ਤੁਹਾਨੂੰ ਕੀ ਜਵਾਬ ਦਿੰਦੇ। ਤੁਹਾਡਾ ਨਾਂ ਲੈ ਕੇ ਤੁਹਾਡੇ ਨਾਲ ਗੱਲ ਕਰਾਂਗੇ, ਠੀਕ ਹੈ ਐਡਮਿਨ ਸਾਹਿਬ? ਬਿਹਤਰ ਲੈ ਜੀ ਬਹੁਤ ਸ਼ੁਕਰੀਆ ਜੀ। ਅਗਲੇ ਪੋਡਕਾਸਟ ਲਈ ਇਜਾਜ਼ਤ ਦਿਓ। ਅੱਲਾ।